ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। मीटू जी वेलकम स्वागत सत श्री अकाल। शुक्रिया जी सारिਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਗੱਲ ਤੋਂ ਨਾ ਮੈਂ ਇੱਕ ਗੱਲ ਹੋਰ ਦੱਸਦਾ ਕਿ ਇੱਥੇ ਜਿਹੜਾ ਨਕਲੀ ਪੀ ਕੇ ਫੜਿਆ ਗਿਆ ਗੋਰਾ ਉਹ ਅਮਰਸਰੀ ਹੈ ਤੇ ਉਹਨੇ ਬਾਹਰ ਆ ਕੇ ਫਿਰ ਇਹਨਾਂ ਨੂੰ ਚੂਨਾ ਲਾਉਣ ਦਾ ਯਤਨ ਕੀਤਾ ਕਿ ਮੈਂ ਚਲੋ ਨਾਲ ਆਪਦੇ ਜਵਾਬ ਦੇ ਲੈ ਕੇ ਫੜ ਲਿਆ ਨੂੰ ਫਿਰ ਦੁਬਾਰਾ ਤੇ ਉਹਨੂੰ ਪੁੱਛਿਆ ਕਿ ਜਿਹੜੇ ਪਹਿਲਾਂ ਕਰੋੜਾਂ ਰੁਪਈਆ ਠੱਗਿਆ ਇਹਨਾਂ ਲੀਡਰਾਂ ਤੋਂ ਉਹਦਾ ਕੀ ਕੀਤਾ। ਉਹ ਕਹਿੰਦਾ ਕਿ ਕੁਛ ਗਰੀਬਾਂ ਨੂੰ ਦਾਨ ਕੀਤਾ। ਕਹਿੰਦੇ ਜਿਹੜੇ ਬਚ ਗਏ ਉਹ ਕਹਿੰਦਾ ਗੋਆ ਗਏ ਸੀ ਗੋਆ ਗਏ ਤੇ ਮਤਲਬ ਕਿ ਲੀਵਰ ਨੂੰ ਥੋੜਾ ਤਰ ਕੀਤਾ ਤੇ ਜਦੋਂ ਥੋੜਾ ਜਿਹਾ ਤਰਾਰੇ ਚ ਆਏ ਤੇ ਕੋ ਝਟਕੇ ਗਏ ਰਾਤੋਂ ਰਾਤ ਕਸੀਨੇ ਚ ਗਏ। ਬਸ ਐਵੇਂ ਹੋ ਜਾਂਦਾ ਕਸੀਨੋ ਦੇ ਉੱਤੇ ਕਿੱਥੋਂ ਪੈਸਾ ਤੁਰਿਆ ਲੋਕਾਂ ਤੋਂ ਇਕੱਠਾ ਕੀਤਾ ਲੀਡਰਾਂ ਨੇ ਉਹਨੇ ਲੀਡਰੋਂ ਮਿਲੇ ਉਹ ਗਾਂ ਕਸੀਨੇ ਚ ਗਏ। ਸਾਡੇ ਇੱਕ ਮਿੱਤਰ ਦੀ ਲਾਟਰੀ ਨਿਕਲੀ ਆ, ਯਾਦ ਹੋਊਗਾ ਲਾਟਰੀ ਨਿਕਲੀ ਸੀ ਸਾਡੇ ਰੇਡੀਓ ਤੇ ਵੀ ਆਏ ਸੀ ਤੇ ਉਹ ਬਾਅਦ ਚ ਦੱਸਦੇ ਸੀ ਮਿਲੀਅਨ ਦੀ ਨਿਕਲੀ ਸੀ ਸਿਰਫ ਤੇ ਅਗਲੇ ਲਿਮੋ ਭੇਜਦੇ ਘਰੇ ਵੀ ਆਓ ਜੀ ਖੇਡਣ ਵਾਸਤੇ। ਜੀ ਸਦਕੇ ਤੁਹਾਡਾ ਵੈਲਕਮ ਹੈ, ਸਵਾਗਤ ਹੈ। ਸੋ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਨੇ। 70 ਮਿਲੀਅਨ ਕਿਤੇ ਨਾ ਕਿਤੇ ਪਈ ਨਿਕਲ ਚੁੱਕਾ ਹੋਵੇਗਾ ਤੇ 70 ਬੰਦਿਆਂ ਨੂੰ ਹੋਰ 70 ਬੰਦਿਆਂ ਨੂੰ ਮਿਲੀਅਨ ਇਹ ਵੀ ਨਿਕਲਣਾ ਹੈ ਕਿਉਂਕਿ 70 ਮਿਲੀਅਨ ਦੀ ਸੀ ਪਿਛਲੀ ਵਾਰੀ ਨਹੀਂ ਨਿਕਲੀ ਕਿਸੇ ਦੀ ਸੁਪਰ ਮੈਕਸ। ਤੁਹਾਡੀ ਨਿਕਲੀ ਤਾਂ ਬੈਸਟ ਆਫ ਲੱਕ ਹੈ ਔਰ ਗਰੀਬਾਂ ਦਾ ਜ਼ਰੂਰ ਭਲਾ ਕਰਿਓ ਤੇ ਆਪਣਾ ਵੀ ਨਾਲ ਦੀ ਨਾਲ ਭਲਾ ਕਰਿਓ। ਵੇਖਦੇ ਆ ਵੀ ਕਿੱਥੇ ਨਿਕਲੀ ਆ। ਅੰਜੂ ਜੀ ਕੋਸ਼ਿਸ਼ ਕਰਨਗੇ ਪਤਾ ਕਰਨ ਕਿ ਮਿਸੀਸਾਗਾ 'ਚ ਕਿਸੇ ਦੀ ਨਿਕਲੀ ਆ, ਬਰੈਂਪਟਨ 'ਚ ਨਿਕਲੀ ਆ, ਰੈਕਸਟਨ ਨਿਕਲੀ ਆ ਜਾਂ ਕਿਸੇ ਹੋਰ ਓਨਟਾਰੀਓ ਤੋਂ ਬਾਹਰ ਸੂਬੇ 'ਚ ਕਿਸੇ ਦੀ ਨਿਕਲੀ ਹੈ ਲਾਟਰੀ ਅੱਜ। ਮਿੱਟੂ ਜੀ ਬੜੀ ਅੱਜ ਇੱਕ ਸੈਡ ਨਿਊਜ਼ ਹੈ। 3 ਦਿਨਾਂ ਬਾਅਦ ਆਪਣੀ ਧਰਮ ਪਤਨੀ ਤੋਂ ਸਰਦਾਰ ਮਿਲਖਾ ਸਿੰਘ ਉਡਨਾ ਸਿੱਖ ਵਿਛੋੜਾ ਦੇ ਗਏ ਨੇ। ਦੇਸ਼ ਸੋਗਮਈ ਹੈ। ਦੋਨਾਂ ਹਸਬੈਂਡ ਵਾਈਫ ਦੀ ਫੋਟੋ ਵੀ ਅਸੀਂ ਦਿਖਾ ਰਹੇ ਹਾਂ ਇਸ ਵਕਤ। ਤੁਹਾਡਾ ਨਾਲ ਅਸੀਂ ਪ੍ਰਤੀਕਰਮ ਵੀ ਲੈਣਾ ਚਾਹੁੰਦੇ ਹਾਂ ਪਲੀਜ਼। ਅਸੀਂ ਨਹੀਂ ਦੇਖੋ ਕੁਛ ਸ਼ਖਸੀਅਤ ਹੈ। ਮੈਂ ਆਪਣੀ ਜ਼ਿੰਦਗੀ 'ਚ ਜਿਹੜੀ ਪਹਿਲੀ ਕਿਤਾਬ ਪੜ੍ਹੀ ਸੀ ਉਹ ਇਹਨਾਂ ਦੀ ਆਟੋਬਾਇਓਗ੍ਰਾਫੀ ਪੜ੍ਹੀ ਸੀਗੀ 6ਵੀਂ ਕਲਾਸ ਦੇ ਵਿੱਚ। ਸਾਡੀ ਲਾਇਬ੍ਰੇਰੀ ਦੇ ਵਿੱਚ ਸੀਗੀ, ਸਕੂਲ ਦੀ ਲਾਇਬ੍ਰੇਰੀ 'ਚ। ਤੇ ਮੈਨੂੰ ਚੇਟਕ ਸੀਗੇ ਸਾਡੇ ਮਾਸਟਰ ਕੁਛ ਇਸ ਤਰ੍ਹਾਂ ਦੇ ਸੀ, ਉਹ ਬਹੁਤ ਸਾਹਿਤਕ ਰੁਚੀਆਂ ਵਾਲੇ ਸੀ ਤੇ ਉਹ ਕਿਤਾਬ ਮੈਂ ਘਰੇ ਲਿਆ ਕੇ ਤੇ ਪੜ੍ਹੀ ਸੀਗੀ ਜੂਨ ਦੀਆਂ ਛੁੱਟੀਆਂ 'ਚ। ਇਸ ਕਰਕੇ ਮੇਰਾ ਮਤਲਬ ਕਿ ਉਹਨਾਂ ਦੇ ਨਾਲ ਜਿੱਦਾਂ ਕਹਿ ਲਓ ਨਾ ਕਿ ਇੱਕ ਲਗਾਅ ਹੋ ਜਾਂਦਾ ਬੰਦੇ ਦਾ ਕਿ ਪਹਿਲੀ ਕਿਤਾਬ ਪੜ੍ਹੀ ਸੀ ਉਹਨਾਂ ਦਾ। ਕਿਉਂਕਿ ਮੈਂ ਵੀ ਉਸ ਟਾਈਮ ਖੇਡ ਦੇ ਮੈਦਾਨ 'ਚ ਐਂਟਰੀ ਕਰ ਰਿਹਾ ਸੀ ਆਪਣੀ ਲਾਈਫ ਦੇ ਵਿੱਚ ਤੇ ਉਹ ਚੀਜ਼ ਜਿਹੜੀ ਆ ਨਾ ਬੰਦਾ ਸਾਰੀ ਜ਼ਿੰਦਗੀ ਨਾਲ ਲੈ ਕੇ ਚੱਲਦਾ ਕਿਉਂਕਿ ਅਸੀਂ ਆਈਡੀਅਲ ਮੰਨਦੇ ਸੀ ਇਹਨਾਂ ਨੂੰ ਸ਼ੁਰੂ ਤੋਂ ਲੈ ਕੇ। ਤੇ ਅੱਜ ਵੀ ਜੇ ਤੁਸੀਂ ਦੇਖੋ ਮੈਂ ਹੁਣ ਆਪਣੀ ਜ਼ਿੰਦਗੀ ਦੇ ਇੱਕ ਐਸੇ ਪੜਾਅ ਤੇ ਆ ਗਿਆ ਜਿੱਥੇ ਬੁਢਾਪੇ ਤੇ ਜਵਾਨੀ ਚੜ੍ਹਨੀ ਸ਼ੁਰੂ ਹੋ ਗਈ ਹੈ ਪਰ ਬਾਵਜੂਦ ਇਸ ਤੇ ਮਿਲਖਾ ਸਿੰਘ ਅੱਜ ਵੀ ਆਈਡੀਅਲ ਸੀਗੇ। ਕਿਉਂ? ਕਿਉਂਕਿ ਉਹਨਾਂ ਦਾ ਫਿਟਨੈਸ ਲੈਵਲ ਬਹੁਤ ਜ਼ਬਰਦਸਤ ਸੀਗਾ। ਉਹਨਾਂ ਦੀ ਫਿਟਨੈਸ ਉਹ ਕਹਿੰਦੇ ਹੁੰਦੇ ਸੀ ਅਕਸਰ ਉਹ ਜਦੋਂ ਵੀ ਆਉਣਾ ਨਾ ਛੋਟੀ ਮੋਟੀ ਬਾਈਟ ਦੇਣੀ, ਉਹ ਯਾਰ ਤੁਸੀਂ 10 ਮਿੰਟ ਦੌੜਿਆ ਕਰੋ ਕੋਈ ਬਿਮਾਰੀ ਨਹੀਂ ਲੱਗੇਗੀ। ਡੇਲੀ 10 ਮਿੰਟ ਦੌੜਿਆ ਕਰੋ। ਮੈਂ ਦੌੜਦਾ ਅੱਜ ਮਤਲਬ ਕਿ 90 ਸਾਲ ਦੀ ਏਜ ਦੇ ਵਿੱਚ ਵੀ ਉਹ ਕਹਿੰਦੇ ਕਿ ਮੈਂ ਸਵੇਰੇ ਦੌੜ ਲਓ ਨਾ ਕੋਈ ਰੋਗ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਔਰ ਜਿੱਦਣ ਇਹਨਾਂ ਨੂੰ ਕਰੋਨਾ ਹੋਇਆ ਕਿਉਂਕਿ ਫੋਲੋ ਕਰ ਰਿਹਾ ਸੀਗਾ ਮੈਂ ਤੇ ਇਹਨਾਂ ਨੇ ਉਦੋਂ ਕੁਛ ਨਹੀਂ ਹੋਇਆ ਯਾਰ, ਪੋਜ਼ੀਟਿਵ ਆ ਗਿਆ ਮੈਂ। ਜਿਹੜੀ ਇਹਨਾਂ ਦੀ ਅਖੀਰਲੀ ਬਾਈਟ ਸੀ ਕੁਛ ਨਹੀਂ, ਮੈਂ ਠੀਕ ਆ, ਤੰਦਰੁਸਤ ਆ, ਪੋਜ਼ੀਟਿਵ ਆ ਗਿਆ, ਕੋਈ ਗੱਲ ਨਹੀਂ। ਔਰ ਇਹਨਾਂ ਨੇ ਕਰੋਨਾ ਨੂੰ ਹਰਾਇਆ। ਕਿਤੇ ਐਵੇਂ ਕਹੀ ਜਾਂਦੇ ਮੀਡੀਆ ਵਾਲੇ ਕਰੋਨਾ ਨੂੰ ਹਰਾਇਆ ਇਹਨਾਂ ਨੇ, ਹਰਾਇਆ ਇਸ ਜੁਝਾਰੂ ਬੰਦੇ ਨੇ ਹਰਾ ਕੇ ਕਰੋਨਾ ਨੂੰ। ਨੈਗੇਟਿਵ ਸੀਗਾ ਇਹ, ਉਸ ਤੋਂ ਬਾਅਦ ਹਾਰਟ ਅਟੈਕ ਹੋਇਆ। ਬਹੁਤ ਸਾਰੀ ਕਮਜ਼ੋਰੀ ਆ ਜਾਂਦੀ ਆ ਮਿੰਟੂ ਜੀ ਜਦੋਂ ਇਹ ਕਰੋਨਾ ਹੁੰਦਾ ਹੈ ਨਾ। ਸਾਡੇ ਤਾਂ ਅੰਜੂ ਜੀ ਨਾਲ ਬੈਠੇ ਨੇ, ਇਹਨਾਂ ਨੂੰ ਵੀ ਹੋਇਆ ਸੀ। ਇਹਨਾਂ ਦੇ ਬੈਟਰ ਹਾਫ ਮਿਸਟਰ ਅਜੇ ਸਿੱਕਾ, ਉਹਨਾਂ ਦੀ ਇੰਨੀ ਤਬੀਅਤ ਮਤਲਬ ਜੇ ਮੈਂ ਕਿਸੇ ਕੋਲ ਕੁਝ ਸਿੱਖਿਆ ਖਾਣ ਪੀਣ ਬਾਰੇ ਤਾਂ ਉਹ ਹਾਲਾਂਕਿ ਮਤਲਬ ਕਾਫੀ ਉਹ ਡਾਂਟਾ ਵੀ ਦਿੰਦੇ ਨੇ ਯਾਰ ਨਹੀਂ ਖਾਣਾ ਉਹ ਨਹੀਂ ਖਾਣਾ, ਪਰ ਅਸੀਂ ਫਿਰ ਵੀ ਉਹ ਕੰਮ ਕਰ ਜਾਂਦੇ ਹਾਂ। ਅਤੇ ਉਹ ਇੰਨੇ ਹੈਲਥ ਕੌਂਸ਼ੀਅਸ ਨੇ। ਹੈਲਥ ਕੌਂਸ਼ੀਅਸ ਦਾ ਮਤਲਬ ਇੰਨੇ ਹਰ ਚੀਜ਼ ਮਤਲਬ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਮਤਲਬ ਉਹ ਔਰਗੈਨਿਕ ਸਟੋਰ ਨੇ ਉਹਨਾਂ ਦੇ ਸਪਲੀਮੈਂਟ ਦੇ। ਹਾਂਜੀ, ਔਰ ਫਾਰਮਾਸਿਊਟੀਕਲ ਦੇ ਵਿੱਚ ਮੇਰੇ ਖਿਆਲ 'ਚ ਬਹੁਤ ਲੰਮਾ ਸਮਾਂ ਉਹਨਾਂ ਨੇ ਦੁਬਈ ਤੋਂ ਲੈ ਕੇ ਇੱਥੇ ਤੱਕ ਜੌਬ ਕੀਤੀ ਹੈ। ਅਵੇਅਰ ਉਹਨਾਂ ਨੂੰ ਹੋ ਗਿਆ ਅਤੇ ਹੋਇਆ ਵੀ ਏਡਾ ਸਵੇਰ ਕੇ ਮਤਲਬ ਜ਼ਿੰਦਗੀ ਮੌਤ ਦੀ ਲੜਾਈ ਲੜ ਕੇ ਅਤੇ ਉਹ ਸ਼ੁਕਰ ਹੈ ਕਿ ਵਾਪਸ ਆਏ ਨੇ। ਔਰ ਇੱਕ ਦਿਨ ਚਲੋ ਗੱਲ ਚੱਲੀ ਆ, ਅੰਜੂ ਜੀ ਬੈਠੇ ਨੇ,
ਇਹਨਾਂ ਨੂੰ ਵੀ ਹੋ ਗਿਆ ਸੀ ਅਸੀਂ ਮਿਲ ਨਹੀਂ ਸਕਦੇ, ਜਾ ਨਹੀਂ ਸਕਦੇ, ਬੁਲਾ ਨਹੀਂ ਸਕਦੇ, ਮਤਲਬ ਉਦੋਂ ਇਹੋ ਜਿਹਾ ਮਾਹੌਲ ਸੀਗਾ ਇੱਥੇ। ਅਤੇ ਉੱਧਰ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਕੋਵਿਡ ਨਾਲ ਉੱਥੋਂ ਦੇ ਹੌਸਪੀਟਲ 'ਚ ਲੜ ਰਹੇ ਨੇ, ਇੱਥੇ ਇਹਨਾਂ ਦੇ ਪਤੀ ਸਾਹਿਬ। ਅਤੇ ਇੱਕ ਰਾਤ ਨੂੰ ਇਹਨਾਂ ਨੇ ਮੈਨੂੰ ਬਾਅਦ 'ਚ ਦੱਸਿਆ, ਜਿਹੜਾ ਕਿ ਮੈਨੂੰ ਬਹੁਤ ਗੁੱਸਾ ਲੱਗਾ, ਇੱਕ ਰਾਤ ਨੂੰ ਹੌਸਪੀਟਲ 'ਚ 2 ਪੇਸ਼ੈਂਟ ਸਨ ਜਿਹੜੇ ਮਤਲਬ ਡੇਂਜਰਸ ਸਥਿਤੀ ਦੇ ਵਿੱਚ ਸੀ, ਅਤੇ ਦੋਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ। ਤੁਸੀਂ ਹੁਣ ਸੋਚ ਕੇ ਦੇਖੋ ਕਿ ਜਦੋਂ ਪਤਾ ਲੱਗਾ ਹੈ, ਹਾਈਲਾਈਟ ਕਰਾਂਗੇ ਦਿਲਬਾਗ ਜੀ, ਹੀ ਵਾਸ ਦਾ ਉਸ ਬੈਚ ਦੇ ਵਿੱਚ ਹੀ ਵਾਸ ਦਾ ਓਨਲੀ ਸਰਵਾਈਵਰ। ਹਾਂ, ਕੋਈ ਹੋਰ ਬੱਚਾ ਨਹੀਂ ਸੀ। ਪਤਾ ਲੱਗਾ ਕਿ ਦੋਵਾਂ ਦੇ ਵਿੱਚੋਂ ਜਿਹੜੇ ਹਨ ਇੱਕ ਚਲਾ ਗਿਆ, ਤੇ ਕੀ ਬੀਤੀ ਹੋਊਗੀ ਇਹਨਾਂ ਦੇ ਉੱਤੇ, ਹੈ ਨਾ। ਅਤੇ ਇਹ ਏਡੀ ਤਗੜੀ ਉਹ ਜੰਗ ਲੜ ਕੇ ਆਏ ਨੇ, ਅਤੇ ਪਤਾ ਕਿੰਨੀ ਮਤਲਬ ਹੈਲਥ ਦੀ ਉਹ ਕੇਅਰ ਕਰਦੇ ਨੇ, ਅਤੇ ਅਜੇ ਤੱਕ ਉਹ ਮਤਲਬ ਕਮਜ਼ੋਰੀ ਮਹਿਸੂਸ ਕਰ ਰਹੇ ਨੇ, ਜਿਨ੍ਹਾਂ ਨੂੰ ਮੈਂ ਦੱਸਣਾ ਚਾਹੁੰਦਾ ਸਿਰਫ ਇਸ ਕਰਕੇ ਕਿ ਬਈ ਇਹ ਤੋਂ ਜਿੰਨਾ ਸਾਵਧਾਨ ਹੋਇਆ ਜਾ ਸਕਦਾ, ਜਿੰਨਾ ਸੁਚੇਤ ਹੋਇਆ ਜਾ ਸਕਦਾ। ਜਿਹੜੇ ਕਹਿੰਦੇ ਨੇ ਕੁਛ ਨਹੀਂ ਆ ਨਾ, ਵੀ ਇਹ ਹੈ ਨਹੀਂ, ਜਿਹੜੇ ਅੱਜ ਵੱਡੇ ਵੱਡੇ ਕਹਿੰਦੇ ਨੇ, ਮੈਂ ਉਦੋਂ ਹੀ ਕਹਿ ਦਿੱਤਾ ਸੀ ਵੀ ਸਿੱਕਾ ਸਾਹਿਬ ਨੇ ਕਿਹਾ, ਜੂ ਜੀ ਦੇ ਹਸਬੈਂਡ ਨੇ, ਵੀ ਇਹ ਸਾਰਿਆਂ ਨੂੰ ਹੋਣਾ, ਅਤੇ ਕਈਆਂ ਦੇ ਵਿੱਚੋਂ ਹੋ ਕੇ ਵੀ ਚਲਾ ਗਿਆ ਹੋਣਾ, ਪਤਾ ਕੋਈ ਨਹੀਂ, ਪਰ ਹੋਣਾ ਇਹ ਸਾਰਿਆਂ ਨੂੰ ਹੀ ਆ, ਚਾਹੇ ਮੰਨੇ ਚਾਹੇ ਨਾ ਮੰਨੇ, ਕਿਉਂਕਿ ਉਹ ਇੰਨੇ ਇੰਟੈਲੀਜੈਂਟ ਨੇ। ਸੋ ਸੈਕੰਡ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਕਿ ਇਹ ਮਤ ਸੋਚੋ ਕਿ ਹੈ ਨਹੀਂ, ਜੀ ਕੁਛ ਨਾ ਕੁਛ ਤਾਂ ਹੈ, ਇਹ ਪਤਾ ਨਹੀਂ ਕੀ ਆ ਕੀ ਨਹੀਂ, ਕੁਛ ਨਾ ਕੁਛ ਤਾਂ ਹੈ। ਸੋ ਇਸ ਕਰਕੇ ਇਹ ਬਹੁਤ ਕਮਜ਼ੋਰੀ ਕਰ ਦਿੰਦਾ ਮਿੰਟੂ ਜੀ, ਪਰ ਉਹ ਤਾਂ 91 ਸਾਲ ਦੇ ਸਨ, ਹੈ ਨਾ। ਸਰ ਦੇਖੋ, ਕਰੋਨਾ ਨੈਗੇਟਿਵ ਆ ਗਿਆ ਉਹਨਾਂ ਦਾ, ਕਈ ਦਿਨਾਂ ਬਾਅਦ ਮੌਤ ਹੋਈ ਹੈ, ਹਾਰਟ ਅਟੈਕ। ਮੈਂ ਕਹਿ ਰਿਹਾ ਨਹੀਂ, ਆਪਾਂ ਬਿਮਾਰੀ ਨੂੰ ਨਾ ਲਈਏ ਕਿ ਮਿਲਖਾ ਸਿੰਘ ਦੀ ਨੂੰ ਯਾਦ, ਮੇਰੇ ਖਿਆਲ ਦੇ ਨਾਲ ਕਰੋਨਾ ਦੇ ਨਾਲੋਂ ਮਿਲਖਾ ਸਿੰਘ ਅਹਿਮ ਆ, ਕਿਉਂਕਿ ਇਹੋ ਜਿਹੇ ਐਥਲੀਟ, ਇਹੋ ਜਿਹੇ ਜੁਝਾਰੂ ਬੰਦੇ, ਦੇਖੋ ਇੱਕ ਰੇਲ ਗੱਡੀ ਤੇ ਚੜ੍ਹ ਕੇ ਆਣਾ, ਇੱਕ ਲਾਵਾਰਸ ਬੱਚੇ ਦਾ ਸੀਟ ਦੇ ਥੱਲੇ ਲੁੱਕ ਕੇ ਆਣਾ, ਉਹਨੇ ਬਚ ਜਾਣਾ, ਦਿੱਲੀ ਦੇ ਵਿੱਚ ਕੈਂਪਾਂ 'ਚ ਰਹਿਣਾ, ਫਿਰ ਉਸ ਤੋਂ ਬਾਅਦ ਉਸ ਬੰਦੇ ਨੇ ਭਰਤੀ ਹੋਣਾ, ਕ੍ਰਾਸ ਕੰਟਰੀ 'ਚ ਹਿੱਸਾ ਲੈਣਾ। ਐਥਲੀਟ ਤੇ ਨਹੀਂ ਸੀ ਨਾ, ਕੋਈ ਕੋਚਿੰਗ ਨਹੀਂ ਸੀਗੀ, ਕਿੱਧਰ ਨੂੰ ਉਹਦੀ ਕਿਸਮਤ ਲੈ ਗਈ, ਢਾਬਿਆਂ ਤੇ ਜੂਠਾ ਖਾਣਾ ਖਾਧਾ ਜ਼ਿੰਦਗੀ ਜੀਣ ਵਾਸਤੇ। ਛੋਟੇ ਜਿਹੇ ਹੱਥ ਕਿੱਦਾਂ ਭਾਂਡੇ ਮਾਂਜਦੇ ਹੋਣਗੇ। ਕੋਈ ਦਿੱਲੀ ਦੇ ਵਿੱਚ ਉਹਨਾਂ ਦਾ ਤਾਂ ਆਪਣਾ ਹੈ ਹੀ ਨਹੀਂ ਸੀਗਾ, ਭੈਣ ਸੀਗੀ, ਉਹ ਆਪਦੇ ਘਰ ਤੇ ਉਹ ਭੱਜ ਆਏ ਸੀਗੇ, ਮਾੜਾ ਮੋਟਾ ਉਹਨਾਂ ਦੇ ਘਰ ਰਹੇ, ਤੇ ਉਸ ਤਰ੍ਹਾਂ ਹੀ ਸੜਕਾਂ ਤੇ ਟਾਈਮ ਕੱਟਦੇ ਰਹੇ। ਫਿਰ ਉਸ ਤੋਂ ਬਾਅਦ ਕ੍ਰਾਸ ਕੰਟਰੀ ਦੇ ਵਿੱਚ ਜਦੋਂ ਦੌੜੇ ਆ, ਪਹਿਲੀ ਦੌੜ 'ਚ 6ਵੇਂ ਨੰਬਰ ਤੇ ਸੀਗੇ, ਪਰ ਬਾਅਦ 'ਚ ਸਭ ਨੂੰ ਪਿੱਛੇ ਛੱਡਦੇ ਗਏ। 4 ਸੋਨੇ ਦੇ ਤਗਮੇ ਆ ਏਸ਼ੀਆ ਦੇ ਵਿੱਚ, ਪਹਿਲੇ ਐਥਲੀਟ ਸੀ ਜਿਨ੍ਹਾਂ ਨੇ ਕਾਮਨਵੈਲਥ ਦੇ ਵਿੱਚ ਗੋਲਡ ਕੱਢਿਆ। 5 ਦਹਾਕੇ 50 ਸਾਲ ਤੱਕ ਕੋਈ ਰਿਕਾਰਡ ਨਹੀਂ ਤੋੜ ਸਕਿਆ। ਕਮਾਲ ਦੀ ਗੱਲ ਇਹ ਆ ਕਿ ਅਬਦੁਲ ਖਾਲਿਕ ਨੂੰ ਪਾਕਿਸਤਾਨ 'ਚ ਜਾ ਕੇ ਹਰਾਇਆ। ਉਹ ਬੜੀ ਦਿਲਚਸਪ ਕਹਾਣੀ ਹੈ। ਇਹਨਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀਗਾ, ਕਿਉਂਕਿ ਦੁੱਖ ਬਹੁਤ ਵੇਖੇ ਸੀ। ਇਹਨਾਂ ਦਾ ਪਿੰਡ ਸੀ ਗੋਬਿੰਦਪੁਰ ਸੀਗਾ, ਮੁਜ਼ੱਫਰਗੜ੍ਹ ਦੇ ਵਿੱਚ ਜ਼ਿਲ੍ਹਾ 'ਚ, ਪੰਜਾਬ 'ਚ ਸੀਗਾ। ਤੇ ਰਠੌਰ ਨੇ, ਰਠੌਰ ਸਿੱਖ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਇਹਨਾਂ ਨੂੰ ਕਿਹਾ ਗਿਆ ਕਿ ਦੌੜਨਾ, ਉਦੋਂ ਅਯੂਬ ਖਾਨ ਹੁੰਦਾ ਸੀ, ਉਹਨੇ ਸੱਦਾ ਭੇਜਿਆ ਕਿ ਆ ਜਾ ਬਈ, ਤੇਰਾ ਵੀ ਵੇਖਣਾ ਦੌੜ। ਇਹਨੇ ਕਿਹਾ ਮੈਂ ਨਹੀਂ ਜਾਣਾ। ਜਵਾਹਰ ਲਾਲ ਨਹਿਰੂ ਨੇ ਸੱਦ ਕੇ ਕਿਹਾ ਸੀ, ਇਹਨੇ ਕਿਹਾ ਨਹੀਂ ਮਿਲ ਸਕਦਾ, ਜਾਣਾ ਪਏਗਾ, ਜਾਓ। ਤੇ ਜਦੋਂ ਵਾਹਗਾ ਬਾਰਡਰ ਪਾਰ ਕਰਕੇ ਗਿਆ ਸੀ, ਕਹਿੰਦੇ ਦੋਨਾਂ ਪਾਸਿਆਂ ਤੇ ਦੋਨਾਂ ਪਾਸਿਆਂ ਤੇ ਸੜਕ ਤੇ ਮਜ਼ਮਾ ਲੱਗਾ ਸੀ। ਜਦ ਦੌੜਨ ਲੱਗੇ ਤੇ ਉਹ ਅਬਦੁਲ ਖਾਲਿਕ ਨੂੰ ਆਸ਼ੀਰਵਾਦ ਦੇਣ ਮੌਲਵੀ ਆਏ ਕਿ ਅੱਲਾਹ ਤੁਹਾਨੂੰ ਤਾਕਤ ਦੇਵੇ। ਅਬਦੁਲ ਖਾਲਿਕ ਉਸ ਸਮੇਂ ਏਸ਼ੀਆ ਦਾ ਤੂਫਾਨ ਸੀ, ਤੇ ਅਬਦੁਲ ਖਾਲਿਕ ਨੂੰ ਜਦੋਂ ਬਲੈਸਿੰਗ ਦੇ ਕੇ ਜਾਣ ਲੱਗੇ, ਮਿਲਖਾ ਸਿੰਘ ਨੇ ਆਖਿਆ ਜੀ ਮੈਨੂੰ ਕਿਉਂ ਛੱਡ ਚੱਲੇ ਹੋ, ਮੈਂ ਵੀ ਤਾਂ ਖੁਦਾ ਦਾ ਬੰਦਾ ਨਾ, ਕੀ ਤੁਹਾਡਾ ਖੁਦਾ ਮੇਰੇ ਨਾਲ ਏਦਾਂ ਕਰੂਗਾ? ਉਹਨਾਂ ਕਿਹਾ ਤੁਹਾਨੂੰ ਵੀ ਤਾਕਤ ਦੇ। ਔਰ ਫਿਰ ਜਦੋਂ ਦੌੜਿਆ ਸੀਗਾ ਤਾਂ ਉਸ ਤੋਂ ਬਾਅਦ ਜਦੋਂ ਇਨਾਮ ਲੈਣ ਲੱਗੇ ਨਾ ਅਯੂਬ ਖਾਨ ਨੂੰ, ਉੱਥੋਂ ਇਨਾਮ ਪਿਆ ਕਿ ਫਲਾਈਂਗ ਸਿੱਖ, ਤੁਸੀਂ ਦੌੜੇ ਨਹੀਂ, ਤੁਸੀਂ ਉੱਡੇ, ਉੱਥੋਂ ਉੱਡਣਾ ਸਿੱਖ ਨਾਮ ਪਿਆ। ਸੋ ਕਹਿਣ ਦਾ ਮਤਲਬ ਹੈ ਕਿ ਐਸੇ ਐਥਲੀਟ ਜਿਹੜੇ ਕਿ ਕਹਿ ਲਓ ਕਿ ਮਿੱਟੀ 'ਚ ਉੱਠੇ ਆ, ਉਹ ਦੁਬਾਰਾ ਮਤਲਬ ਕਿ ਹੁਣ ਲੈਜੈਂਡ ਜਿਹੜੇ ਇਸ ਤਰ੍ਹਾਂ ਦੇ ਦੁਬਾਰਾ ਮਤਲਬ ਕਿ ਉਹਨਾਂ ਦਾ ਇੱਕ ਸੁਪਨਾ ਸੀਗਾ ਕਿ ਕੋਈ ਬੰਦਾ ਮੈਂ ਦੇਖਣਾ ਚਾਹੁੰਦਾ, ਕਿਉਂਕਿ ਓਲੰਪਿਕ ਦੇ ਵਿੱਚ ਸੜਕ ਗਏ ਸੀਗੇ ਐਨ ਮੌਕੇ ਤੇ ਆ ਕੇ, ਰੋਮ ਓਲੰਪਿਕ ਸੀ ਸ਼ਾਇਦ, ਤਗਮੇ ਤੋਂ ਥੋੜਾ ਜਿਹਾ ਦੂਰ ਰਹਿ ਗਏ। ਤੇ ਇਹਨਾਂ ਦਾ ਸੁਪਨਾ ਸੀਗਾ ਕਿ ਕੋਈ ਇੰਡੀਅਨ ਐਥਲੀਟ ਓਲੰਪਿਕ ਚੋਂ ਇੰਡੀਵਿਜੂਅਲ ਮੈਡਲ ਕੱਢੇ, ਪਰ ਉਹ ਸੁਪਨਾ ਪੂਰਾ ਨਹੀਂ ਹੋਇਆ। ਹੁਣ ਉਹ ਸੁਪਨਾ ਕਿੰਨਾ ਚਿਰ ਪੂਰਾ ਨਹੀਂ ਹੋਏਗਾ ਦੇਖ ਲਓ ਤੁਸੀਂ। ਮਿਲਖਾ ਸਿੰਘ ਹੋਰਾਂ ਦੀਆਂ ਗੱਲਾਂ ਮੈਂ 50-60 ਦਹਾਕੇ ਦੀਆਂ ਦੱਸ ਰਿਹਾ ਤੁਹਾਨੂੰ। ਉਸ ਤੋਂ ਬਾਅਦ ਅੱਜ ਤੱਕ ਵੀ ਮੈਡਲ ਨਹੀਂ ਨਿਕਲਿਆ।
ਬਿਲਕੁਲ ਮੈਡਲ ਕਦੋਂ ਬਹੁਤ ਕਦੋਂ ਵੱਡਾ ਸੁਪਨਾ ਬਹੁਤ ਪੂਰਾ ਹੁੰਦਾ। ਵੱਡੀ ਸਟਰਗਲ ਹੈ ਜੀ ਉਹਨਾਂ ਦੀ। ਪਰ ਅੱਜ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ ਹੀ ਜਿੰਨੇ ਸਪੋਰਟਸ ਬੈਕਗਰਾਉਂਡ ਦੇ ਆ, ਜਿੰਨੇ ਕਹਿ ਲਓ ਕਿ ਉਹਨਾਂ ਨੂੰ ਜਾਣਦੇ ਆ, ਸਾਰੇ ਹੀ ਆ ਬੰਦੇ ਚਲਾ ਗਿਆ, ਚਲੋ ਜਾਣ ਵਾਲਾ ਤੇ ਚਲਾ ਗਿਆ। ਉਹ ਕੁਝ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਸਾਰਿਆਂ ਨੂੰ ਸੋਗਮਾਈ ਕਰ ਜਾਂਦੇ। ਸਾਰਾ ਮੁਲਕ ਸਾਡਾ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ। ਹਾਂਜੀ, ਵਿਛੜਾ ਕੁਛ ਇਸ ਅਦਾ से कि रुत ही बदल गई, एक शख्स सारे शहर को वीरान कर गया। ਤਾਂ ਅੱਜ ਦਿਲ ਦੇ ਜਿਹੜੇ ਗੁਲਿਸਤਾਨ ਨੇ ਥੋੜੇ ਵੀਰਾਨ ਨੇ ਜੀ। ਬਿਲਕੁਲ ਜੀ। ਔਰ ਤੁਸੀਂ ਹਿਸਟਰੀ ਦੱਸੀ ਉਹਨਾਂ ਦੇ ਉੱਤੇ, ਜਿਹੜੀ ਫਿਲਮ ਬਣੀ ਹੈ ਜੀ ਉਹਨੂੰ ਵੇਖਦੇ ਹਾਂ ਤੇ ਕਿਵੇਂ ਉਹ ਕਿਸ ਤਰੀਕੇ ਨਾਲ ਟ੍ਰੇਨ ਨਾਲ ਰੇਸ ਲਾ ਕੇ ਤੇ ਉੱਤੇ ਮਤਲਬ ਚੜ੍ਹ ਕੇ ਜੋ ਕੁਝ ਕਰਨਾ ਸਾਰਾ ਕੁਝ ਫਿਲਮ ਦੇ ਵਿੱਚ ਦਿਖਾਇਆ ਗਿਆ। ਹਿਸਟਰੀ ਇੱਥੇ ਆਏ ਸੀ, ਉਹਨਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ। ਬਹੁਤ ਨਿੱਘੀ ਸ਼ਖਸੀਅਤ। ਮੈਂ ਅਬਾਊਟ ਜੇ ਗੱਲ ਕਰਾਂ ਕਿ ਆਈ ਥਿੰਕ 98 ਦੀ ਜਾਂ 99 ਦੇ ਸਮੇਂ ਦੀ ਗੱਲ ਹੈ। ਇਹ ਤਸਵੀਰ ਉਸ ਵਕਤ ਦੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ। ਉਦੋਂ ਆਏ ਸਨ ਇੱਥੇ ਮਿਲਖਾ ਸਿੰਘ ਜੀ। ਹੁਣ ਯਾਦ ਨਹੀਂ ਮੈਨੂੰ ਕਿਸ ਕਲੱਬ ਨੇ ਸੱਦਿਆ ਸੀ, ਸ਼ਾਇਦ OKD ਸੀ ਜਾਂ ਜਿਹੜੀ ਸੀਗੀ ਡਿਕਸੀ ਕਲੱਬ ਵਾਲਿਆਂ ਨੇ ਸੱਦਿਆ ਸੀਗਾ। ਦੋਨਾਂ 'ਚੋਂ ਇੱਕ ਕਲੱਬ ਨੇ ਇਹ ਸੱਦੇ ਸੀਗੇ, ਕਿਉਂਕਿ OKD ਤੇ ਡਿਕਸੀ ਵਾਲਿਆਂ ਦਾ ਵੀ ਤਾਂ ਇੱਥੇ ਉਹ ਹਿਸਾਬ ਹੁੰਦਾ ਸੀ ਉਸ ਵਕਤ। ਇੰਡੀਆ ਪਾਕਿਸਤਾਨ ਦਾ ਜਿਵੇਂ ਮੈਚ ਲੱਗਾ ਹੁੰਦਾ, ਉਹਨਾਂ ਦਾ ਇਹਦੇ ਜਦੋਂ ਫਾਈਨਲ 'ਚ ਕਬੱਡੀ ਆਉਂਦੀ ਸੀ ਇੰਜ ਹਾਲ ਹੁੰਦਾ ਸੀ। ਸਪੈਸ਼ਲ ਇੱਥੇ ਗਏ। ਅੱਛਾ ਚਾਵਲਾ ਸਾਹਿਬ, ਰੋਕ ਰਿਹਾ ਤੁਹਾਨੂੰ, ਇੱਕ ਇੰਟਰਸਟਿੰਗ ਗੱਲ ਦੱਸਾਂ ਜੀ। ਇਹਨਾਂ ਦੇ ਵਿਚੋਲੇ ਮੁੱਖ ਮੰਤਰੀ ਸੀਗੇ। ਅੱਛਾ ਜੀ। ਹਾਂਜੀ, ਉਹ ਬੜੀ ਘੱਟ ਗੱਲ ਪਤਾ ਹੋਣੀ ਆ, ਸ਼ਾਇਦ ਕਿਤਾਬ ਤੇ ਨਹੀਂ ਇਹਨਾਂ ਨੇ ਲਿਖੀ, ਪਤਾ ਨਹੀਂ ਲਿਖੀ ਕਿਉਂਕਿ ਮੈਂ ਬਚਪਨ ਚ ਪੜ੍ਹੀ, ਉਹਨੂੰ ਮੈਨੂੰ ਯਾਦ ਨਹੀਂ। ਇਹਨਾਂ ਦਾ ਜਦੋਂ ਸਾਕ ਹੋਇਆ ਨਾ, ਇਹ ਜਿਹੜੀ BBC ਕੀ ਨਿਰਮਲ ਸਿੰਘ, ਇਹ ਖੱਤਰੀ ਪਰਿਵਾਰ ਚੋਂ ਸੀ ਤੇ ਇਹ ਕੋਲੰਬੋ ਚ ਮਿਲੇ ਸੀਗੇ। ਇਹ ਬੀਬੀ ਉਦੋਂ ਵਾਲੀਬਾਲ ਖੇਡਦੀ ਸੀ, ਸਰਦਾਰਨੀ ਸੀ। ਇਹ ਅੱਛਾ ਇੱਕ ਕੈਪਟਨ ਸੀ। ਚਲੋ ਮੁਲਾਕਾਤ ਹੋਈ, ਇਹਨਾਂ ਦੀ ਲਵ ਸਟੋਰੀ ਸ਼ੁਰੂ ਹੋ ਗਈ। ਤੇ ਜਦੋਂ ਘਰਾਂ 'ਚ ਗੱਲ ਚੱਲੀ ਕਿ ਮਿਲਖੇ ਨੂੰ ਭਾਈ ਸਾਕ ਕਰ ਦਿਓ, ਉਹਨਾਂ ਨੇ ਇਨਕਾਰ ਕਰਤਾ ਸੀ। ਤੇ ਫਿਰ ਉਸ ਸਮੇਂ ਦਾ ਜਿਹੜਾ ਮੁੱਖ ਮੰਤਰੀ ਸੀ, ਜੱਟ ਮੁੱਖ ਮੰਤਰੀ ਸੀ, ਤੁਹਾਨੂੰ ਪਤਾ ਹੀ ਹੈ, ਪ੍ਰਤਾਪ ਸਿੰਘ ਕਹਿਰੋ, ਉਹਨੇ ਮਰੋੜੀ ਪੱਟੀ ਸੀ। ਉਹ ਖੁਦ ਵਿਚੋਲਾ ਬਣਿਆ ਸੀ, ਦੋਨਾਂ ਪਰਿਵਾਰਾਂ ਨੂੰ ਉਹਨੇ ਮਨਾਇਆ ਸੀ। ਚਲੋ ਯਾਦਾਂ ਰਹਿ ਗਈਆਂ ਜੀ। ਪਰ ਇਤਿਹਾਸ ਹੈ ਨਾ ਜੀ। ਮੈਂ ਪਹਿਲਾਂ ਵੀ ਗੱਲ ਕਹਿ ਕੇ ਹਟਿਆ ਕਿ ਹਜ਼ਾरों साल नरगिस अपनी बेनूरी पे रोती है, फिर कहीं होता है ਚਮਨ ਮੈਂ ਦੀਦਾ ਵਰ ਪੈਦਾ। ਇਹ ਉਹ ਲੋਕ ਨੇ ਜਿਨ੍ਹਾਂ ਦੀਆਂ ਆਪਾਂ ਗੱਲਾਂ ਕਰਦੇ ਰਵਾਂਗੇ, ਹੁੰਦੀਆਂ ਰਹਿਣਗੀਆਂ ਬਾਤਾਂ। ਹਿਸਟਰੀ ਇੱਕ ਹੁੰਦਾ ਸੀ ਮਿਲਖਾ ਸਿੰਘ ਉੱਡਣਾ ਸਿੱਖ, ਜਦੋਂ ਕੋਈ ਇਹਦਾ ਕੋਈ ਰਿਕਾਰਡ ਤੋੜ ਸਕੇਗਾ ਜਾਂ ਇਹਦੇ ਸੁਪਨੇ ਨੂੰ ਪੂਰੇ ਗੱਲ ਕਰ ਸਕੇਗਾ, ਗੱਲ ਤੇ ਇਹਦੀ ਯਾਦ ਆਵੇਗੀ। ਤੁਹਾਡਾ ਬਹੁਤ ਬਹੁਤ ਅੱਛਾ, ਤੁਸੀਂ ਜੋ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ, ਧੰਨਵਾਦ। ਸੋ ਆਓ ਫਿਰ ਕੋਈ ਵਿਰੋਧ ਵੀ ਕਹਿੰਦੇ ਕਾਂਗਰਸ ਦੇ ਅੰਦਰ ਹੋਣਾ ਸ਼ੁਰੂ ਹੋਇਆ। ਪਰਿਵਾਰ ਕਿੰਨੇ ਕੁ ਗਰੀਬ ਨੇ, ਸਵਾਲ ਉੱਠਿਆ, ਜਿਨ੍ਹਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਦਿੱਤੀਆਂ ਗਈਆਂ ਨੇ ਨੌਕਰੀਆਂ, ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣ ਦਾ ਕਾਂਗਰਸ ਅੰਦਰ ਵੀ ਵਿਰੋਧ। ਤੇ ਮੈਂ ਇੱਕ ਮੁਹਾਵਰਾ ਬੋਲਿਆ ਨਹੀਂ ਹੈ, ਮੈਨੂੰ ਕਾਫੀ ਫੋਨ ਕਾਲਸ ਆਏ ਨੇ ਤੇ ਚਾਵਲਾ ਜੀ ਕਿਸੇ ਨੂੰ ਤਾਂ ਬਖਸ਼ ਦਿਆ ਕਰੋ। ਮੈਂ ਕਿਹਾ ਜੀ ਮੁਹਾਵਰਾ ਇਹ ਉੱਥੇ ਢੁੱਕਦਾ ਹੈ, ਇਹ ਕਾਹਦੀ ਤਰਸ ਹੈ, ਇਹ ਤਾਂ ਉਹ ਆ ਮੁਹਾਵਰਾ। ਤੁਸੀਂ ਦੱਸੋ, ਇੱਕ ਉਹਨਾਂ ਨੇ ਦੋ ਚੋਣਾਂ ਤੇ ਮੈਨੂੰ ਦੱਸ ਦਿੱਤਾ, ਤੁਸੀਂ ਵੀ ਸੋਚੋ ਮਿੰਟੂ ਜੀ ਵੀ ਕਿਹੜਾ ਢੁੱਕਦਾ ਇੱਥੇ। ਪਰਿਵਾਰ ਕਿੰਨੇ ਕੁ ਗਰੀਬ ਹਨ, ਸਵਾਲ ਉੱਠ ਰਿਹਾ, ਕੀ ਕਹਿਣਾ ਚਾਹੋਗੇ? ਇਹਨੂੰ ਜਿਵੇਂ ਮਰਜ਼ੀ ਕਰ ਲਓ ਜੀ। ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ, ਅੰਨਾ ਵੰਡੇ ਸਮਝ ਗਏ ਹੋ ਤੁਸੀਂ? ਹਾਂਜੀ ਸਮਝ ਗਏ ਹੋ? ਹਾਂਜੀ, ਗੱਲ ਤੇ ਇਹ ਹੈ ਨਾ ਕਿ ਇੱਕ ਹੋਰ ਵੀ ਮੁਹਾਵਰਾ ਹੈ ਕਿ ਉਹ ਮੁਹਾਵਰਾ ਨਹੀਂ, ਉਹ ਕਹਾਵਤ ਆ ਕਿ ਭੁੱਖਾ ਜੱਟ ਮੂਲੀ ਖਾਏ, ਮੂਲੀ ਭੁੱਖ ਵਧੇਰੇ ਲਾਏ। ਆਹਾ, ਠੀਕ ਹੈ ਨਾ। ਇਹਨਾਂ ਦੀ ਭੁੱਖ ਵੱਧਦੀ ਜਾਂਦੀ ਹੈ, ਇਹ ਮੂਲੀ ਖਾਂਦੇ ਆ। ਹੁਣ ਇਹ ਜਿਹੜੇ ਮਤਲਬ ਕਿ ਹੁਣ ਦੇਖੋ ਬੱਚੇ ਆ ਜਿਹੜੇ ਉਹ ਆ ਗਏ ਸਰਵਿਸ ਦੇ ਵਿੱਚ, ਉਹ ਆਪਦੇ ਬੱਚਿਆਂ ਨੂੰ ਗਾਂ ਉਹ ਵੀ ਕਹਿਣਗੇ ਕਿ ਇਹਨਾਂ ਨੂੰ ਵੀ ਲੀਡਰ ਬਣਾ ਦਈਏ ਤਾਂ ਕਿ ਇਹਨਾਂ ਦੇ ਬੱਚੇ ਵੀ ਬਿਨਾਂ ਮਿਹਨਤ ਤੋਂ ਗਾਂ ਨੌਕਰੀ ਤੇ ਚੱਲ ਜਾਣ। ਲੋਇਸ ਜੀ ਨੇ ਗੱਲ ਕਹੀ ਸੀ, ਰਾਬਰਟ ਲੋਇਸ ਨੂੰ ਮੈਂ ਅਕਸਰ ਕੋਟ ਕਰਦਾ ਉਹਨਾਂ ਨੂੰ ਕਿ ਰਾਜਨੀਤੀ ਇੱਕ ਅਜਿਹਾ ਬਿਜ਼ਨਸ ਹੈ ਜਿਹਦੀ ਕੋਈ ਤਿਆਰੀ ਨਹੀਂ ਕਰਨੀ ਪੈਂਦੀ। ਰਾਜਨੀਤੀ ਇੱਕ ਅਜਿਹਾ ਬਿਜ਼ਨਸ ਹੈ ਜਿਹਦੇ ਵਾਸਤੇ ਕੋਈ ਤਿਆਰੀ ਨਹੀਂ ਕਰਨੀ ਪੈਂਦੀ, ਬਸ ਜਾਓ ਲੋਕਾਂ ਨੂੰ ਮਗਰ ਲਾਓ, ਜਿੱਤੋ, ਉਸ ਤੋਂ ਬਾਅਦ ਖੁੱਲੇ ਖੇਡੋ। ਉਹ ਆਹੀ ਕੁਛ ਹੋ ਰਿਹਾ ਬਸ। ਦੇਖੋ ਜਿੱਥੋਂ ਤੱਕ ਤਾਂ ਹੈਗਾ ਤਾਲੁਕ ਸਾਰੀਆਂ ਤੁਸੀਂ ਗੱਲਾਂ ਤੈਅ ਫਰੋਲੀਆਂ ਹੋਣੀਆਂ, ਨੌਕਰੀ ਮਿਲ ਗਈ ਆ। ਅੰਦਰੂਨੀ ਵਿਰੋਧ ਜਿਹੜਾ 5 ਮੰਤਰੀਆਂ ਨੇ ਕੀਤਾ। ਫਿਰ ਸਭ ਤੋਂ ਵੱਡੀ ਗੱਲ ਹੈ ਕਿ ਤਰਜਿੰਦਰ ਸਿੰਘ ਬਾਜਵਾ ਦਾ ਅੱਜ ਇੱਕ ਅਖਬਾਰ ਦੇ ਵਿੱਚ ਸਟੇਟਮੈਂਟ ਵੀ ਛਪਿਆ, ਜੇ ਤੁਸੀਂ ਇਜਾਜ਼ਤ ਦਿਓ ਮੈਂ ਤੁਹਾਨੂੰ ਦੱਸ ਦੇਣਾ, ਕੋਟ ਕਰ ਦੇਣਾ। ਫਿਰ ਉਸ ਤੋਂ ਬਾਅਦ ਆਪਾਂ ਗਰੀਬੀ ਵਾਲੇ ਚੱਲਦੇ ਹਾਂ ਕਿ ਕਿਵੇਂ ਘਰ ਚੋਂ ਗਰੀਬੀ ਚੱਕੀ ਗਈ ਆ, ਕਿਵੇਂ ਚੱਕੀ ਗਈ ਆ ਬਾਅਦ ਚੋਂ ਰੂੜੀ, ਉਹ ਆਪਾਂ ਦੇਖ ਲੈਂਦੇ ਹਾਂ ਕਿ ਕੀ ਹਿਸਾਬ ਕਿਤਾਬ ਰਿਹਾ। ਦਰਅਸਲ ਦੇਖੋ ਤਰਜਿੰਦਰ ਸਿੰਘ ਬਾਜਵਾ ਜੋ ਗੱਲ ਕਹਿ ਰਹੇ ਨੇ, ਤਰਜਿੰਦਰ ਸਿੰਘ ਬਾਜਵਾ
ਜਿਹੜੀ ਗੱਲ ਆਖ ਰਹੇ ਨੇ, ਉਹ ਕਹਿੰਦੇ ਆ ਕਿ ਅਜਿਹਾ ਨਹੀਂ ਸੀ, ਮਤਲਬ ਕਿ ਸਾਫ਼ ਤੌਰ ਤੇ ਕਹਿ ਰਹੇ ਆ ਕਿ ਕੈਪਟਨ ਜਾਂ ਤਾਂ ਫਿਰ ਇਹ ਰੀਤ ਹੀ ਬਣਾ ਦੇਣਾ, ਮਤਲਬ ਕਿ ਜਾਂ ਤੇ ਪੱਕੇ ਤੌਰ ਤੇ ਹੀ ਤੁਸੀਂ ਕਹਿ ਦਿਓ। ਤੇ ਸਵਾਲ ਉਹਨਾਂ ਨੇ ਚੁੱਕਿਆ ਹੈ ਕਿ 3 ਕਰੋੜ ਦੀ ਗੱਡੀ 'ਚ ਚੱਲਦਾ ਹੈ ਬਾਜਵਿਆਂ ਦਾ ਸ਼ੋਰਾ। 3 ਕਰੋੜ ਦੀ ਗੱਡੀ 'ਚ ਕੀ ਉਹ ਥਾਣੇ ਜਾਊਗਾ ਥਾਣੇਦਾਰ? 3 ਕਰੋੜ ਦੀ ਗੱਡੀ। ਹੁਣ ਇਹ ਆ ਗਰੀਬੀ, ਅਸਲ 'ਚ ਤੁਹਾਨੂੰ ਅਸਲ ਗਰੀਬੀ ਫਿਰ ਆਪਾਂ ਹੋਰ ਦੱਸ ਦਿੰਦੇ ਹਾਂ ਕਿ ਕਿੰਨੀ ਗਰੀਬੀ ਆ। ਥੋੜਾ ਜਿਹਾ ਗਰੀਬੀ ਤੇ ਝਾਤ ਪਾ ਲਓ ਕਿ ਤਰਸ ਦੇ ਪਾਤਰ ਵਾਕਈ ਇਹ ਪਰਿਵਾਰ ਸੀਗੇ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਕਿਵੇਂ ਸ਼ਰੀਕ ਬਣੇ ਫਿਰਦੇ ਆ, ਕਿਸੇ ਦੇ ਘਰ ਦੇ ਵਿੱਚ ਜੋਬ ਜਾਂਦੀ ਆ, ਕੀ ਮਾੜਾ, ਘਰ ਘਰ ਨੌਕਰੀ ਦਾ ਤਾਂ ਵਾਅਦਾ ਸੀਗਾ। ਸੋ ਇਹ ਜਿਹੜੇ ਫਤਿਹ ਜੰਗ ਬਾਜਵਾ, ਜਿਹੜਾ ਇਹਨਾਂ ਦਾ ਖੁਦ ਦਾ ITR ਡਿਟੇਲ ਹੈ ਉਹ ਦੱਸਣ ਲੱਗਾ ਤੁਹਾਨੂੰ ਮੈਂ, ਰਿਕਾਰਡਡ ਔਨ ਰਿਕਾਰਡ ਹੈ ਜਿਹੜਾ ਇਹ ਫਾਈਨੈਂਸ਼ੀਅਲ ਈਅਰ ਜਿਹੜਾ ਹੋਏਗਾ 2015 ਸਾਲ 15 ਤੇ 16, ਉਹਦੇ ਵਿੱਚ ਇਹਨਾਂ ਨੇ ਜੋ ਕਿਹਾ ਉਹ ਰਿਟਰਨ ਭਰੀ ਹੈ 14,97,688 ਦੀ। ਬੱਲੇ ਬੱਲੇ ITR ਹੈ। ਸਪਾਊਸ ਦੀ ਜਿਹੜੀ ਹੈ, ਮਤਲਬ ਕਿ ਇਹਨਾਂ ਦੇ ਵਾਈਫ ਦੀ ਹੋਏਗੀ, ਉਹ ਇਹਨਾਂ ਤੋਂ ਵੀ ਜ਼ਿਆਦਾ ਹੈ 18,38,760। ਕਰੋ ਜੀ ਇਹਨੂੰ ਜੋੜੋ, 14 ਤੇ 18, 32 ਤੇ 38 ਤੇ 27, 33 ਲੱਖ ਰੁਪਏ ਦੀ ਇਨਕਮ ਦਿਖਾਈ ਗਈ ਹੈ ਇੱਕ ਸਾਲ ਦੀ। ਅੱਜ ਤੋਂ 6 ਸਾਲ ਪਹਿਲਾਂ 1 ਸਾਲ ਦੀ 33 ਲੱਖ ਰੁਪਏ ਦੀ ਔਨ ਰਿਕਾਰਡ ਹੈ। ਕੋਈ ਵੀ ਕਾਂਗਰਸੀ ਆ ਕੇ ਪੁੱਛ ਸਕਦਾ, ਮੈਂ ਕੱਲਾ ਕੱਲਾ ਦੱਸ ਦੂੰਗਾ ਤੁਹਾਨੂੰ। ਖੈਰ, ਦੂਸਰਾ ਜਿਹੜੀ ਹੈਗੀ ਆ ਇਮੂਵਲ ਪ੍ਰਾਪਰਟੀ, ਉਹ ਹੈਗੀ ਆ ਮਹਿਜ਼ 29 ਕਰੋੜ 53 ਲੱਖ ਰੁਪਏ ਦੀ, ਜਿਹਦੇ ਚ ਐਗਰੀਕਲਚਰ ਲੈਂਡ ਹੈ ਬਾਜਵਾ ਫੈਮਿਲੀ ਦੀ ਵਗੈਰਾ 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 ਜੋ ਵੀ ਹੈ। ਉਹ ਜੇ ਕਿਸੇ ਨੇ ਡਿਟੇਲ ਪੁੱਛਣੀ ਹੋਵੇ ਉਹ ਵੀ ਦੱਸ ਦੂੰ। ਤੇ ਮੂਵਲ ਪ੍ਰਾਪਰਟੀ ਹੈ 3 ਕਰੋੜ 82,46,608 ਰੁਪਏ ਦੀ। ਕਿੰਨੀ ਜੋੜੋ, 29 ਤੇ 3, 32 ਤੇ 83 52, ਇਹ ਲੱਖ ਆ ਗਏ, ਯਾਨੀ ਟੋਟਲ ਹੋ ਗਿਆ ਜੀ 33 ਕਰੋੜ ਰੁਪਇਆ। 33 ਕਰੋੜ ਦੀ ਪ੍ਰਾਪਰਟੀ ਆ ਅੱਜ ਤੋਂ 4 ਸਾਲ ਪਹਿਲਾਂ। ਇਹਦੇ ਚ ਕਿੰਨਾ ਇਜ਼ਾਫਾ ਹੋਇਆ ਫਤਿਹ ਜੰਗ ਸਿੰਘ ਬਾਜਵਾ ਦੱਸਦੇ। ਕਿੰਨਾ ਹੁਣ ਕਾਕੇ ਨੇ ਕਰਨਾ ਹੈ, ਕਾਕਾ ਮਿਹਨਤ ਕਰੂਗਾ, ਅਗਲਾ ਇੰਸਪੈਕਟਰ ਭਰਤੀ ਹੋਇਆ, ਕੱਲ ਨੂੰ SSP ਵੀ ਬਣ ਸਕਦਾ, ਕਿੰਨਾ ਹੋਰ ਇਜ਼ਾਫਾ ਕਰੂਗਾ ਉਹ ਬਾਅਦ ਦੀ ਗੱਲ ਹੈ। ਦੂਜੇ ਘਰ ਤੇ ਵੀ ਝਾਤ ਮਾਰ ਲਓ, ਰਕੇਸ਼ ਪਾਂਡੇ ਜੀ ਦੇ, ਇਹਨਾਂ ਦੀ ਜਿਹੜੀ ITR ਹੈ ਉਹ ਵੀ 15-16 ਦਾ ਆਪਾਂ ਬੇਸ ਈਅਰ ਚੱਕ ਲੈਂਦੇ ਹਾਂ, ਕਿਉਂਕਿ 17 ਚ ਇਹਨਾਂ ਨੇ ਇਹ ਸਭ ਕੁਛ ਜਿਹੜੀ ਹੈ ਡਿਕਲੇਅਰੈਂਸ ਦਿੱਤੀ ਸੀਗੀ। ਇਹਨਾਂ ਨੇ ਉਸ ਸਮੇਂ 7,67,693 ਦੀ ITR ਕਰੀ ਹੈ। ਸਪਾਊਸ ਦੀ ਹੈ ਜਿਹੜੀ ਉਹ ਹੈਗੀ ਆ 2,71,573, ਮਤਲਬ 7 ਤੇ 2 9 ਤੇ 1 ਲੱਖ ਉੱਤੇ ਲਾ ਲਓ, 10 ਲੱਖ ਇਹਨਾਂ ਨੇ ਅੱਜ ਤੋਂ ਕਹਿ ਲਓ ਕਿ 6 ਸਾਲ ਪਹਿਲਾਂ ਜਿਹੜੀ ਆ ਉਹ ਆਪਣੀ ਆਮਦਨ ਵਿਖਾਈ ਆ। ਦੂਸਰੀ ਆਮਦਨ ਜਿਹੜੀ ਹੈ, ਜਿਹੜੀ ਮਤਲਬ ਕਿ ਟੈਕਸ ਦੇ ਦਾਇਰੇ ਤੋਂ ਬਾਹਰ ਰਹਿ ਜਾਂਦੀ, ਉਹ ਵੱਖਰੀ ਹੈ। ਫਿਰ ਇਹਨਾਂ ਦੀ ਜਿਹੜੀ ਮੂਵਲ ਐਸੈਟਸ ਦੀ ਡਿਟੇਲ ਹੈ ਉਹ ਹੈਗੀ ਆ 1 ਕਰੋੜ 1,99,823 ਰੁਪਏ ਦੀ। ਤੇ ਜਿਹੜੀ ਇਹਨਾਂ ਦੀ ਹੈਗੀ ਆ ਇਮੂਵਲ ਮਤਲਬ ਕਿ ਸਮਝਦੇ ਤੁਸੀਂ ਅਚਲ ਜਿਹੜੀ ਹੈ ਉਹ ਹੈਗੀ ਆ 2 ਕਰੋੜ 25 ਲੱਖ ਦੀ, 2.25 ਕਰੋੜ ਦੀ, ਮਤਲਬ ਕਿ ਤਕਰੀਬਨ 3.25 ਕਰੋੜ ਦੀ ਪ੍ਰਾਪਰਟੀ ਇਹਨਾਂ ਨੇ ਆਪ ਹੀ ਦੱਸੀ ਹੈ ਕਿ ਮੇਰੇ ਕੋਲ ਹੈਗੀ ਹੈ। ਇਹ ਆਪ ਦੱਸੀ ਇਹਨਾਂ ਨੇ, ਜਿਹੜੀ ਦੋਨਾਂ ਘਰਾਂ ਨੇ ਪ੍ਰਾਪਰਟੀ ਦੱਸੀ ਆ ਉਹ ਆਪ ਦੱਸੀ ਆ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, ਟਾਈਮ ਮੈਂ ਥੋੜਾ ਜਿਹਾ ਜ਼ਿਆਦਾ ਖਾ ਗਿਆ ਵਾ, ਫਿਰ ਹੋਰ ਕੋਈ ਗੱਲ ਕਿਸੇ ਨੇ ਪੁੱਛਣੀ ਹੋਈ ਤੇ ਪੁੱਛ ਲਿਓ ਕਿ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਥੇ ਤਰਸ ਬਣਦਾ ਸੀ ਕਿ ਨਹੀਂ ਬਣਦਾ ਸੀ ਯਾਰ, ਕਿਉਂ ਨਹੀਂ ਬਣਦਾ? ਗਰੀਬ ਪਰਿਵਾਰ ਤੇ ਬਣਦਾ ਸੀ ਕਿ ਨਹੀਂ ਬਣਦਾ? ਰਜਿੰਦਰ ਸਿੰਘ ਬਾਜਵਾ ਦੇ ਕੀ ਢਿੱਡ 'ਚ ਵੱਟ ਪੈ ਰਿਹਾ ਦੱਸੋ? ਬਣਦਾ ਸੀ, ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਕੋਈ ਕਿਉਂ ਐਵੇਂ ਕਿਸੇ ਨੂੰ ਕਿਉਂ ਢਿੱਡ 'ਚ ਵੱਟ ਪਾਉਣ ਦੀ ਲੋੜ ਆ, ਕਿਉਂ ਮਰੋੜੇ ਲੈਣ ਦੀ ਲੋੜ ਆ? ਇੰਨੇ ਤਰਸ ਦੇ ਪਾਤਰ ਦੇ ਆਧਾਰ ਅਗਲੇ ਨੂੰ ਕੁਰਸੀ ਦਿਖਦੀ ਆ ਆਪਣੀ, ਭਾਵੇਂ ਹਿਲਦੇ ਸੀ। ਨੈਕਸਟ ਕਾਲ ਪਲੀਜ਼। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਮਿੰਟੂ ਸਾਹਿਬ ਨੇ ਕੈਰੋ ਦੇ ਟਾਈਮ ਦੀ ਗੱਲ ਦੱਸਣੀ ਚਾਹੁੰਦਾ। ਹੋਰ ਮੈਂ ਲੁਧਿਆਣੇ ਤੋਂ, ਲੁਧਿਆਣੇ ਇੱਕ ਸਾਡੇ ਹਰ ਸਾਲ ਕਵੀ ਦਰਬਾਰ ਹੁੰਦਾ ਸੀ, ਸੰਗੀਤ ਦਰਬਾਰ,
ਤੇ ਗੁਰੂ ਅੰਗਦ ਕਾਲਜ ਵਾਲੇ ਕਰਾਉਂਦੇ ਹੁੰਦੇ ਸੀ ਉੱਥੇ। ਇੱਕ ਟਾਈਮ ਤੇ ਮੇਰਾ ਤਾਂ ਬਚਪਨ ਸੀ ਉਦੋਂ। ਉੱਥੇ ਆਪਣੇ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਬਹੁਤ ਅੱਛੇ ਸਿੰਗਰ ਆਉਂਦੇ ਹੁੰਦੇ ਸੀ। ਇੱਕ ਕਰਤਾਰ ਅਰੋੜਾ ਹੁੰਦੀ ਸੀ ਸਿੰਗਰ। ਉਹ ਜਦੋਂ ਡਿਊਟ ਇੱਕ ਗਾ ਰਹੇ ਸੀ ਸਟੇਜ ਤੇ, ਤਾਂ ਕੈਰੋਂ ਸਾਹਿਬ ਨੇ ਉੱਥੇ ਸਟੇਜ ਤੇ ਬੈਠੇ ਸੀ। ਇਹਨਾਂ ਦੇ ਜਿਹੜੇ ਫੁੱਲਾਂ ਦੇ ਹਾਰ ਪਾਏ ਸੀ ਉਹਨੂੰ ਫੁੱਲ ਭੋਰ ਕੇ ਇਹਨੇ ਉਹਨਾਂ ਦੇ ਉੱਪਰ ਦੀ ਛਿੜ ਦਿੱਤੇ, ਔਰ ਉਸ ਸਿੰਗਰ ਨੇ ਮੁੜ ਕੇ ਸਟੇਜ ਤੇ ਗਾਉਣਾ ਛੱਡ ਦਿੱਤਾ ਸੀ। ਉਹ ਮੁੜ ਕੇ ਕਿਹੜੀ ਸਿੰਗਰ ਸੀ ਜੀ? ਮਾੜਾ ਜਿਹਾ ਨਾਮ ਫੇਰ ਦੁਬਾਰਾ ਕਰ ਦਿਓ। ਕਰਤਾਰ ਅਰੋੜਾ ਜੀ। ਕਰਤਾਰ ਅਰੋੜਾ ਬੜੇ ਪੁਰਾਣੇ ਸਿੰਗਰ ਨੇ। ਹਾਂਜੀ, ਬਹੁਤ ਪੁਰਾਣੀ ਜੀ, ਬਹੁਤ ਪੁਰਾਣੀ। ਸਾਡੇ ਬਚਪਨ ਦੀ ਗੱਲ ਹੈ। ਅੱਛਾ, ਗਾਉਣਾ ਬੰਦ ਕਰਤਾ? ਹਾਂ, ਮੁੜ ਕੇ ਨਹੀਂ ਉਹਨੂੰ, ਕਿਉਂ ਹਰ ਸਾਲ ਉੱਥੇ ਪ੍ਰੋਗਰਾਮ ਹੁੰਦਾ ਸੀ, ਉਹ ਮੁੜ ਕੇ ਨਹੀਂ ਆਈ ਉੱਥੇ। ਦੇਖ ਲਓ ਜੀ। ਕੈਰੋਂ ਦੇ ਕਿੱਸੇ ਬੜੇ ਮਸ਼ਹੂਰ ਨੇ। ਆਓ ਨਹੀਂ ਉਹਨਾਂ ਦੇ ਮਸ਼ਹੂਰ ਨੇ ਕਿਸੇ ਬਹੁਤ ਜ਼ਿਆਦਾ। ਹਾਂਜੀ, ਮਿਹਰਬਾਨੀ ਜਨਾਬ, ਥੈਂਕ ਯੂ। ਥੈਂਕ ਯੂ ਜੀ। ਲਓ ਜੀ, ਇਹ ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਨਵਾਂ ਵਾਅਦਾ ਕੀਤਾ ਜੀ। ਅਗਲੀ ਕਾਲ ਲੈ ਲੈਣੀ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਮੈਂ ਤੁਹਾਨੂੰ ਇਹ ਕਹਿ ਰਿਹਾ ਸੀ, ਜਿਹੜੀਆਂ ਤੁਸੀਂ ਇਹਨਾਂ ਦੇ ਮਾਰ ਰਹੇ ਹੋ ਭਿਉਂ ਕੇ ਦੋਨੇ ਜਿੰਨੇ ਗਰੀਬ ਕਹਿ ਕੇ, ਤੇ ਇਹ ਅੰਧ ਭਗਤ ਜਿਹੜੇ ਹੈਗੇ ਨੇ ਇਕੱਲੇ ਮੋਦੀ ਸਾਹਿਬ ਦੇ ਨਹੀਂ ਹੈਗੇ, ਕਾਂਗਰਸੀਆਂ ਦੇ ਵੀ ਹੈਗੇ ਨੇ ਇੱਥੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਇਹ ਸਾਡਾ ਤੇ ਵੈਸੇ ਹੀ ਚੱਲੀ ਚਲਾਈ ਜਾਂਦਾ ਪ੍ਰੋਗਰਾਮ। ਤਾਂ ਹੀ ਤਾਂ ਮੈਂ ਕਹਿਣਾ ਕਿ ਤੁਸੀਂ ਪਹਿਲਾਂ ਕਹਿਣੇ ਹੁੰਦੇ ਹੋ ਕਿ 1997 ਤੋਂ ਮੇਰਾ ਤਾਂ ਆਹੀ ਕੁਛ ਚੱਲੀ ਜਾਂਦਾ। ਸਾਡਾ ਤੇ ਏਦਾਂ ਹੀ ਚੱਲੀ ਜਾਂਦਾ। ਨਾਲ ਸਾਨੂੰ ਕੋਈ ਨਹੀਂ, ਸਾਹੀ ਤੇ ਕੱਪੜੇ ਬਿਲਕੁਲ ਲਾ ਕੇ ਸਾਨੂੰ ਘੰਟਾ ਵੀ ਕਰਨਾ ਪੈ ਗਿਆ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹਾਲਾਤ ਨੇ, ਤੇ ਸਾਨੂੰ ਕੋਈ ਰੰਜਿਸ਼ ਨਹੀਂ ਹੋਣੀ। 2 ਘੰਟੇ ਵੀ ਕਰਨਾ ਪੈ ਗਿਆ, ਸਾਨੂੰ ਕੋਈ ਰੰਜਿਸ਼ ਨਹੀਂ ਹੋਣੀ ਜੇ 4 ਘੰਟੇ ਸਤਿਗੁਰ ਨੇ ਕਰਾ ਦਿੱਤਾ। ਹਾਂਜੀ, ਦੀ ਪ੍ਰਾਪਰਟੀ ਨੂੰ ਤੁਸੀਂ ਭਿਉਂ ਕੇ ਕਹੀ ਜਾਂਦੇ ਹੋ ਆਪਣੇ ਇਹ ਗਰੀਬ ਨੇ ਤੇ ਇਹ ਬਹੁਤ ਮਿਹਰਬਾਨੀ, ਥੈਂਕ ਯੂ ਜੀ। ਵਾਕਈ ਇੰਨੇ ਗਰੀਬ ਹੋਣ ਤੇ ਉਹਨਾਂ ਨੂੰ ਵੇਖੋ ਤਰਸ ਪਤਾ ਕੀ ਹੁੰਦਾ? ਰਹਿਮ ਹੈ, ਰਹਿਮ ਕਾ ਰਾਕਾ ਰਹਿਮ, ਉਹ ਰਹਿਮ ਤਰਸਵਾ। ਵੇਖੋ ਤੇ ਫਿਰ ਇਹ ਮੈਨੂੰ ਇਹਨਾਂ ਨੇ ਜਿਹੜੀਆਂ ਸ਼ੁਰੂ ਕੀਤੀਆਂ ਸੀਗੀਆਂ ਇਹ ਆਪਣਾ ਕਿ ਹਰ ਘਰ ਨੌਕਰੀ, ਇਹ ਮੈਨੂੰ ਲੱਗਦਾ ਫਿਰ ਇਹਨਾਂ ਨੇ ਸ਼ੁਰੂ ਹੀ ਇੱਥੋਂ ਕਰਨੀ। ਨਹੀਂ, ਰਹਿ ਹੀ 2 ਗਏ ਸੀ ਨਾ, ਤਾਂ ਕਰਕੇ ਫਿਰ ਬਾਕੀ ਸਾਰੇ ਵੰਡ ਵਡਾ ਕੇ, ਤੁਹਾਨੂੰ ਪਤਾ ਜਦੋਂ ਬਾਬਾ ਜੀ ਪ੍ਰਸ਼ਾਦ ਵੰਡਦੇ ਹੁੰਦੇ ਆ ਤੇ ਫਿਰ ਜਾਂ ਤੇ ਰਹਿ ਜਾਂਦਾ ਮਤਲਬ ਥੋੜਾ ਜਿਹਾ, ਤੇ ਜਾਂ ਫਿਰ ਗੱਫਾ ਜ਼ਿਆਦਾ। ਇਹਨਾਂ ਨੇ ਫਿਰ ਉਹ ਕਿਹਾ ਹੋਣਾ ਜਦੋਂ ਇਹਨਾਂ ਦੀ ਕੋਈ ਮੀਟਿੰਗ ਹੋਈ ਹੋਣੀ ਨਾ, ਇਹਨਾਂ ਨੇ ਕਿਹਾ ਹੋਣਾ ਕਿ ਕੈਪਟਨ ਸਾਹਿਬ ਸਭ ਦਾ ਭਲਾ ਕਰੀ ਪਰ ਸ਼ੁਰੂ ਸਾਡੇ ਤੋਂ ਕਰੀ। ਇੱਥੇ ਰੱਖਾ ਗੱਲ ਤੁਸੀਂ ਕਰ ਲਿਆ ਸ਼ੁਰੂ, ਇਹ ਗੱਲ ਵਧੀਆ ਕੀਤੀ, ਕਰ ਲਿਆ ਸ਼ੁਰੂ ਇਹਨਾਂ ਨੇ। ਤੁਸੀਂ ਬਹੁਤ ਵਧੀਆ ਗੱਲ ਕੀਤੀ, ਥੈਂਕ ਯੂ। ਭਗਤਾਂ ਨੂੰ ਮਿਰਚਾਂ ਤੇ ਲੱਗ ਰਹੀਆਂ ਹੋਣੀਆਂ ਨੇ। ਇੱਕ ਤਾਂ ਬੜਾ ਹੀ ਵੱਡਾ ਭਗਤ ਆ। ਹਾਂਜੀ, ਦੇਖੋ ਗੱਲ ਇਹ ਆ ਕਿ ਸਾਨੂੰ ਕੋਈ ਦਿੱਕਤ ਨਹੀਂ ਹੈ। ਉਹ ਕੰਪੀਟੀਸ਼ਨ ਚ ਉਤਰਨ ਬੱਚੇ ਤਾਂ ਸਾਡੇ ਹੀ ਨੇ, ਮੁੰਡੇ ਤਾਂ ਸਾਡੇ ਹੀ ਨੇ, ਸਾਡੇ ਪੰਜਾਬੀ ਨੇ। ਉਹ ਕੰਪੀਟੀਸ਼ਨ ਚ ਆਉਣ, ਬਰਾਬਰ ਸਾਡੇ ਬੱਚਿਆਂ ਦੇ ਦੌੜ ਲਾਉਣ। ਸਾਡਾ ਇੱਕ ਬੱਚਾ ਪਹਿਲਾਂ ਤਾਂ ਪੜ੍ਹਾਈ ਕਰਦਾ 20 ਸਾਲ 15 ਸਾਲ, ਉਸ ਤੋਂ ਬਾਅਦ ਕਿਤੇ ਤੁਸੀਂ ਦੇਖੋ, ਕਿਉਂਕਿ ਮੈਂ ਗਰਾਊਂਡ ਜਾਂਦਾ, ਤੁਹਾਨੂੰ ਪਤਾ ਹੀ ਹੈ ਚੱਲਦਾ, ਮੈਂ ਡੇਲੀ ਗਰਾਊਂਡ ਜਾਂਦਾ। ਬਿਲਕੁਲ। ਉੱਥੇ ਬੱਚਿਆਂ ਦੀ ਮਿਹਨਤ ਦੇਖੋ। ਮੈਂ ਕਿਤੇ ਤੁਹਾਨੂੰ ਵੀਡੀਓ ਬਣਾ ਕੇ ਭੇਜੂੰਗਾ ਜਿਹੜੇ ਤਿਆਰੀ ਕਰਦੇ ਆ ਭਰਤੀ ਦੀ, ਕਿ ਕਿਸ ਤਰ੍ਹਾਂ 42-43 ਟੈਂਪਰੇਚਰ ਦੇ ਵਿੱਚ ਉਹ 1600 ਮੀਟਰ ਦੌੜਦੇ ਨੇ, ਵਿੱਚ ਡਿੱਗ ਪੈਂਦੇ ਆ, ਕਈ ਵਾਰ ਉਹਨਾਂ ਨੂੰ ਰੁਮਾਲ ਦੂਜੇ ਉਹਦੇ ਮਤਲਬ ਕਿ ਨਿਚੋੜਦੇ ਆ, ਫਿਰ ਉੱਠਣਾ, ਫਿਰ ਡਿੱਗਣਾ, ਟਾਈਮ ਨੋਟ ਕਰਨਾ। ਕਈਆਂ ਦੇ ਵਿਚਾਰਿਆਂ ਕੋਲ ਬੂਟ ਨਹੀਂ ਹੁੰਦੇ, ਰੋਡ ਵੱਜ ਕੇ ਗਰਾਊਂਡਾਂ ਦੇ ਵਿੱਚ ਉਹਨਾਂ ਦੇ ਪੈਰਾਂ ਚੋਂ ਇਹ ਮਤਲਬ ਕਿ ਮਾਸ ਨਿਕਲ ਜਾਂਦਾ, ਬੁਰਕ ਨਿਕਲ ਜਾਂਦੇ ਨੇ। ਉਹ ਤਿਆਰੀ ਕਰਦੇ ਨੇ। ਤੁਸੀਂ ਉਹਨਾਂ ਦੇ ਬਰਾਬਰ ਆ ਜਾਓ, ਚਲੋ ਇੱਕ ਲੱਗ ਜੂ ਪਤਾ ਕਿ ਕਿੰਨਾਂ ਦੇ ਪੱਟਾਂ 'ਚ ਦਮ ਹੈ। ਇੱਕ ਗੱਲ ਹੁਣ ਨੋਟ ਕਰਿਓ ਇੱਥੇ ਜਿਹੜੀ ਤੁਸੀਂ ਕਹੀ ਆ, ਜਿੰਨਾ ਚਿਰ ਤੁਸੀਂ ਸਾਡੇ ਨਾਲ ਹੋ, ਜਿੰਨਾ ਚਿਰ ਮੈਂ ਜੀਂਦਾ, ਜੇ ਕੋਈ ਬੱਚਾ ਦੇਹੇ ਵੀ ਤਿਆਰੀ ਕਰਦਾ, ਉਹਦੇ ਕੋਲ ਬੂਟ ਨਹੀਂ ਹੈਗੇ, ਤੇ ਬੂਟ ਲੈ ਕੇ ਤੇ ਬਸ ਦੱਸ ਦੇਣਾ ਤੁਸੀਂ ਮੈਨੂੰ। ਕੋਈ ਲੈ ਦਿਆਂਗੇ, ਠੀਕ ਹੈ ਵੀ ਚਾਵਲਾ ਜੀ ਆ ਕੰਮ ਆਪਾਂ ਕਰ ਦਿੱਤਾ ਤੇ ਬਸ ਠੀਕ ਹੈ। ਹੁਣ ਇਹਦੋਂ ਬਾਅਦ ਕੋਈ ਬੂਟ ਤੋਂ ਬਗੈਰ ਨਾ ਰਵੇ ਉੱਥੇ, ਇਹ ਦੇਖ ਲਿਓ। ਨਹੀਂ ਜੀ, ਮੈਂ ਦੱਸ ਰਿਹਾ ਨਾ ਕਿ ਦੇਖੋ ਇੱਕ ਗਰੀਬ ਬੱਚਾ ਕਿਸ ਤਰ੍ਹਾਂ ਤਿਆਰੀ ਕਰਦਾ, ਆਪਣੀ ਜਾਨ ਹਲੂਣ ਕੇ ਤਿਆਰੀ ਕਰਦਾ ਹੈ। ਤਾਂ ਇਹ ਤਾਂ ਹੱਕ ਮਾਰੀ ਹੈ ਨਾ, ਹੱਕ ਰਸੀ ਨਹੀਂ ਹੈ। ਤੁਸੀਂ ਹੱਕ ਰਸੀ ਦੀ ਜੌਬ ਲੈ ਲਓ, ਕੋਈ ਚੱਕਰ ਨਹੀਂ ਹੈ। ਆਉਣ ਲੀਡਰਾਂ ਦੇ ਬੱਚੇ ਵੀ ਤਾਂ ਕਾਬਲ ਹੋ ਸਕਦੇ ਆ ਨਾ, ਆਉਣ ਕੰਪੀਟੀਸ਼ਨ ਲੜਨ, DSP ਦੀ ਨੌਕਰੀ, ਇੰਸਪੈਕਟਰ ਦੀ ਨੌਕਰੀ, ਉਹਦੇ ਵਾਸਤੇ ਕੰਪੀਟੀਸ਼ਨ ਲੜਨ, ਲਿਖਤੀ ਪ੍ਰੀਖਿਆ ਦੇਣ, ਉਸ ਤੋਂ ਬਾਅਦ ਜਾਣ। ਮੈਰਿਟ 'ਚ ਕੋਈ ਚੱਕਰ ਨਹੀਂ ਹੈਗਾ, ਕੋਈ ਦਿੱਕਤ ਨਹੀਂ। ਹੁਣ ਰੌਲਾ ਹੈ ਕਿ ਤਰਸ ਦਾ ਆਧਾਰ ਤੁਸੀਂ ਬਣਾਇਆ, ਨਹੀਂ, ਇਹ ਤਰਸ ਦਾ ਆਧਾਰ ਨਹੀਂ ਹੈ, ਅਸਲ ਦੇ ਵਿੱਚ ਇਹ ਪਰਸ ਦਾ ਆਧਾਰ ਆ।
ਤੇ ਉਹਨਾਂ ਦੇ ਪਰਸ ਦੇ ਵਿੱਚ ਇਸ ਵੇਲੇ ਵੋਟ ਹੈ। ਬਿਲਕੁਲ ਉਹਨਾਂ ਦੇ ਪਰਸ ਦੇ ਵਿੱਚ ਬਾਜਵਿਆਂ ਦੇ ਪਰਸ ਦੇ ਵਿੱਚ ਤੁਹਾਡੀ ਕਮਜ਼ੋਰੀ ਹੈ ਮਾਝੇ ਵਾਲੀ। ਬਿਲਕੁਲ ਬਿਲਕੁਲ ਹਾਂ ਕਿ ਸੁਖਜਿੰਦਰ ਰੰਧਾਵਾ ਤ੍ਰਿਪਤ ਬਾਜਵਾ ਤੁਹਾਡੇ ਨਾਲ ਸਫਾ ਨੇ। ਤੁਸੀਂ ਇੱਕ ਫੈਮਿਲੀ ਹੋਰ ਨਾਰਾਜ਼ ਨਹੀਂ ਕਰ ਸਕਦੇ ਕਿਉਂਕਿ ਮਜੀਠੀਆ ਤੁਹਾਨੂੰ ਉੱਥੋਂ ਲੱਕੋ ਲੈ ਸਕਦਾ। ਬਿਲਕੁਲ ਬਿਲਕੁਲ ਤਿਆਰੀ ਹੈ ਉਹਦੀ ਨਹੀਂ ਇੱਥੇ ਫਰਕ ਆ ਜੀ। ਉਹ ਚਾਚਾ ਭਤੀਜਾ ਇੱਕ ਨੇ, ਚਾਚੇ ਦੀਆਂ ਭਤੀਜਾ ਜਾਣਦਾ ਹੁੰਦਾ, ਭਤੀਜੇ ਦੀਆਂ ਚਾਚਾ ਚਾਲਾਂ ਜਾਣਦਾ ਹੁੰਦਾ। ਕੇਂਦਰੀ ਮੰਤਰੀ ਜਨਾਬ ਪੁਰੀ ਸਾਹਿਬ ਨੇ ਇੱਕ ਵਾਰੀ ਫਿਰ ਤੋਂ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ, ਪਰ ਨਾਲ ਗੱਡ ਨਾਲ ਗੱਡਾ ਬੰਨਿਆ, ਸ਼ਰਤ ਵੀ ਰੱਖੀ ਹੈ। ਕੀ ਕਹਿਣਾ ਚਾਹੋਗੇ? ਹਾਂਜੀ ਦੇਖੋ, ਇਹਨਾਂ ਨੇ ਇੱਕ ਗੱਲ ਕਹੀ ਆ, ਇੱਕ ਤਾਂ ਇਹ ਕਹਿੰਦੇ ਨੇ ਕਿ ਠੀਕ ਆ ਗੱਲਬਾਤ ਜਿਹੜੀ ਆ ਉਹ ਕਰਨ ਵਾਸਤੇ ਸਰਕਾਰ ਤਿਆਰ ਆ, ਮਤਲਬ ਕਿ ਕਿਸਾਨਾਂ ਦੇ ਨਾਲ ਬੈਠਣ ਵਾਸਤੇ ਸਰਕਾਰ ਤਿਆਰ ਆ, ਪਰ ਅੰਦੋਲਨ ਥਾਂ ਤੇ ਰੇਪ ਦੀ ਜਿਹੜੀ ਖਬਰ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ। ਮਤਲਬ ਕੀ ਕਹਿ ਰਹੇ ਨੇ ਕਿ ਗੱਲਬਾਤ ਲਈ ਤਿਆਰ ਆ, ਨਾਲ ਕਿਹਾ ਕਿ ਉੱਥੇ ਜਿਹੜੇ ਰੇਪ ਹੋ ਰਹੇ ਆ, ਸ਼ਬਦ ਜਿਹੜੇ ਇਸਤੇਮਾਲ ਕਰ ਰਿਹਾ ਕਿ ਉੱਥੇ ਰੇਪ ਹੋਇਆ ਜਾਂ ਜਿਹੜੇ ਇਸ ਤਰ੍ਹਾਂ ਦੇ ਸਭ ਕੁਝ ਹੋ ਰਿਹਾ, ਵੈਸੇ ਉੱਥੇ ਤੁਹਾਨੂੰ ਪਤਾ ਹੀ ਆ ਕਿ ਬੰਦਾ ਵੀ ਸੜ ਕੇ ਮਰਿਆ, ਉਹ ਵੀ ਹੁਣ ਇਹ ਚੁੱਕਣਗੇ ਮੁੱਦਾ ਔਰ ਚੁੱਕਿਆ ਵੀ ਜਾਊਗਾ। ਤਾਂ ਖੈਰ ਇਹ ਕਹਿ ਰਹੇ ਆ ਕਿ ਜਾਂਚ ਹੋਣੀ ਚਾਹੀਦੀ ਹੈ। ਇਹ ਕੈਸੇ ਮੰਤਰੀ ਬੈਠੇ ਆ ਸਾਡੇ ਸਿਰਾਂ ਤੇ, ਬਦਕਿਸਮਤੀ ਆ ਸਾਡੀ ਕਿ ਜਿਹੜੇ ਪੜ੍ਹੇ ਲਿਖੇ ਇਨਸਾਨ ਜਿਹੜੇ ਆ ਉਹ ਇਸ ਤਰ੍ਹਾਂ ਦੇ ਬਿਆਨ ਦੇ ਰਹੇ। ਮੈਂ ਇਹ ਨਹੀਂ ਕਹਿ ਰਿਹਾ ਕਿ ਉੱਥੇ ਉਸ ਲੜਕੀ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਈ ਜਾਂ ਬੰਦਾ ਸੜ ਕੇ ਨਹੀਂ ਮਰਿਆ, ਨਹੀਂ, ਉਹ ਜੋ ਜਿਨ੍ਹਾਂ ਨੇ ਕੀਤਾ ਉਹ ਕੋਈ ਵੀ ਆ, ਚਾਹੇ ਉਹ ਕਿਸਾਨ ਆ, ਚਾਹੇ ਕੋਈ ਮਜ਼ਦੂਰ ਆ, ਚਾਹੇ ਕੋਈ ਆਮ ਵਸਿੰਦਾ, ਕਿਸੇ ਵਿਚਾਰਧਾਰਾ ਦਾ, ਕਿਸੇ ਪਾਰਟੀ ਦਾ, ਕੋਈ ਸਾਨੂੰ ਕੋਈ ਪਰੇਸ਼ਾਨੀ ਨਹੀਂ, ਜੋ ਸਜ਼ਾ ਬਣਦੀ ਹੈ ਦਿਓ। ਦਿੱਕਤ ਤੇ ਇਸ ਗੱਲ ਦੀ ਆ ਕਿ ਕੀ ਇਸ ਮਹਾਸ਼ੇ ਨੂੰ ਇਹ ਨਹੀਂ ਪਤਾ ਹੈਗਾ ਕਿ ਉਹ ਕੇਸ ਆਲਰੇਡੀ ਰਜਿਸਟਰਡ ਹੈ, ਉਹਦੇ ਚ ਗ੍ਰਿਫਤਾਰੀਆਂ ਹੋਈਆਂ ਨੇ ਕੁਛ, ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਨਵੈਸਟੀਗੇਸ਼ਨ ਕੀ ਜੋਗਿੰਦਰ ਉਗਰਾਹਾਂ ਨੇ ਕਰਨੀ ਹੈ? ਉੱਥੇ ਉਹ ਇੰਸਪੈਕਟਰ ਲੱਗਾ ਕਿ ਰਾਜੇਵਾਲ ਜਿਹੜਾ ਉਹ ਉੱਥੇ SSP ਲੱਗਾ, ਜਾਂ ਦਰਸ਼ਨਪਾਲ ਹੈ ਜਿਹੜਾ ਉਹ ਉੱਥੇ ਥਾਣੇ ਦਾ ਮੁਨਸ਼ੀ ਹੈ। ਤੁਹਾਡੀ ਹਰਿਆਣੇ ਦੀ ਪੁਲਿਸ ਆ, ਹਰਿਆਣੇ 'ਚ ਤੁਹਾਡੀ ਸਰਕਾਰ ਆ, ਇਨਵੈਸਟੀਗੇਸ਼ਨ ਉਹਨਾਂ ਨੇ ਕਰਨੀ ਆ। ਮਤਲਬ ਦੇਖੋ ਇੱਕ ਮੰਤਰੀ ਕਿੰਨੀ ਚਲਾਕੀ ਦੇ ਨਾਲ ਗੱਲਬਾਤ ਦੇ ਮਸਲੇ ਤੇ ਇਹ ਕਹਿ ਰਿਹਾ ਕਿ ਸਰਕਾਰ ਤਿਆਰ ਹੈ, ਨਾਲ ਉਹਨਾਂ ਨੂੰ ਬਦਨਾਮ ਵੀ ਕਰ ਰਿਹਾ, ਜਦਕਿ ਉਹ ਕੇਸ ਆਲਰੇਡੀ ਫਾਈਲ ਹੈ, ਰਜਿਸਟਰਡ ਹੈ, ਗ੍ਰਿਫਤਾਰੀਆਂ ਹੋਈਆਂ ਨੇ। ਬਾਕੀ ਕੰਮ ਦੇਖੋ ਪੁਲਿਸ ਨੇ ਕਰਨਾ, ਆਪਾਂ ਥੋੜੀ ਕਰ ਸਕਦੇ ਚਾਵਲਾ। ਬਿਲਕੁਲ ਬਿਲਕੁਲ ਤੁਸੀਂ ਮੈਂ ਜਾਂ ਕੋਈ ਕਿਸਾਨ ਉਹਦੇ 'ਚ ਕੀ ਕਰ ਲਊਗਾ? ਜੀ 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 ਜੀ। ਔਰ ਇੱਕ ਕਾਲਰ ਨੇ ਪਹਿਲਾਂ ਕਾਲ ਲੈ ਲਈਏ। ਮਮਤਾ ਦੇ ਭਤੀਜੇ ਨੂੰ ਥੱਪੜ ਮਾਰਨ ਵਾਲਾ ਮਾਰਿਆ ਗਿਆ, ਕਹਿੰਦੇ ਮਰ ਗਿਆ, ਵਿਵਾਦ ਹੋਇਆ, ਸੋ ਉਹਦੀ ਗੱਲ ਕਰਾਂਗੇ, ਪਰੰਤੂ ਕਾਲ ਲੈ ਲਈਏ। ਵੈਲਕਮ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ 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 ਬਾਈ, ਜਿਵੇਂ ਤੁਸੀਂ ਬਾਈ ਨਾਲ ਗੱਲ ਕਰੀ ਦਿੱਤੀ ਮਤਲਬ ਨੇ ਵੀ ਜਿੱਦਾਂ ਤੁਹਾਡੀ ਵੀਰੇ ਆਵਾਜ਼ ਘੱਟ ਆਉਂਦੀ ਜਦੋਂ ਤੁਸੀਂ ਕਾਲ ਕਰਦੇ ਹੋ। ਹਾਂਜੀ ਹੁਣ ਠੀਕ ਆ? ਹਾਂ ਥੋੜਾ ਉੱਚੀ ਬੋਲਿਆ ਕਰੋ ਪਲੀਜ਼। ਅੱਛਾ ਠੀਕ ਹੈ ਨਹੀਂ, ਇਹ ਤਾਂ ਕੋਈ ਹੈਗੀ ਪ੍ਰੋਬਲਮ ਹੈ, ਥੋੜਾ ਚੇਂਜ ਕਰਨ ਲੱਗਾ ਹੁਣੇ, ਕਰਦੇ ਇੱਕ ਦਿਨ ਚ ਚਲੋ। ਉਹ ਆਪਣਾ ਜਿਹੜਾ ਆਪਣਾ ਹੈਗਾ ਵੀ ਬੰਦੇ ਕੋਲ ਪੈਸੇ ਚਾਹੇ ਉਹ ਕਿੰਨੇ ਕਰੋੜ ਚਾਹੇ 100 ਕਰੋੜ ਹੋਵੇ, ਉਹ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਨਾ। ਬੰਦਾ ਚਾਹੇ ਲੱਗਣਾ ਚਾਹੇ ਸਿਪਾਹੀ ਭਰਤੀ ਹੋ ਜਾਵੇ, ਕੀ ਪਤਾ ਬੰਦਾ ਉਹਦੀ ਸ਼ੌਕ ਨਾਲ ਕੰਮ ਕਰਨਾ ਚਾਹੁੰਦਾ ਕਰੇ, ਜੇ ਮਰਜ਼ੀ ਕਰੇ। ਪਰ ਪ੍ਰੋਬਲਮ ਕੀ ਹੁੰਦੀ ਆ ਵੀ ਮੈਨੂੰ ਜ਼ਿਆਦਾ ਹੈਗੀ ਇੱਕ ਗੱਲ, ਇੱਕ ਮੁੰਡਾ ਹੁੰਦਾ ਸੀਗਾ ਜੀ ਮੈਂ ਜਾਣਦਾ, ਉਹਦਾ ਵੱਡਾ ਭਰਾ ਮੇਰਾ ਫਰੈਂਡ ਸੀ, ਉਹ ਘਰੋਂ ਠੀਕ ਠਾਕ ਸੀਗੇ, ਉਹਨੇ ਉਹਦੇ ਲਈ ਭਰਤੀ ਕਿੱਡੀ ਵੱਡੀ ਗੱਲ ਸੀ। ਮੈਂ ਕਿਹਾ ਜਦੋਂ ਕੋਈ ਜਾਣਾ ਸ਼ਾਮ ਚ, ਉਹ ਕਹਿੰਦੀ ਅੱਜ ਗਿਆ ਹੋਇਆ ਵੀ ਉਹਦੇ ਘਰਦਿਆਂ ਦੇ ਮਾਹੌਲ ਮੈਨੂੰ ਸ਼ਕਲ ਦੇ ਕੇ ਪਤਾ ਲੱਗ ਜਾਣਾ ਵੀ ਉਹ ਬਣੀ ਗੱਲ ਕਿ ਨਹੀਂ, ਉਹਦੀ ਘਰਦਿਆਂ ਨੇ ਬੱਚੇ ਨਾਲ ਕੀ ਜਾਣਾ ਵੀ ਅੱਜ ਭਰਤੀ ਹੋ ਕੇ ਆਊਗਾ, ਵੀ ਸਿਲੈਕਟ ਹੋ ਗਿਆ ਕਿ ਨਹੀਂ ਹੋ ਗਿਆ। ਇੱਕ ਘਰ ਤੋਂ 2 ਸੀਟਾਂ ਹੁਣ ਜਿੱਦਾਂ ਇੱਦਾਂ ਦੀਆਂ ਕਿੰਨੇ ਲੋੜਵੰਦ ਬੰਦੇ ਹੋਣਗੇ, 2 ਬੰਦਿਆਂ ਦੀ ਸੀਟਾਂ ਕਿਸ ਤਰ੍ਹਾਂ ਮਾਰੀਆਂ ਗਈਆਂ। ਬਿਲਕੁਲ ਜਿਹੜੇ ਜਿਹਨਾਂ ਦੀ ਤਰੱਕੀ ਹੋਣੀ ਸੀ ਉਹ ਮਾਰੀਆਂ ਗਈਆਂ, ਜਿਹੜੇ ਜ਼ਰੂਰਤਮੰਦ ਸੀਗੇ, ਜਿਨ੍ਹਾਂ ਦੀਆਂ ਬਹੁਤ ਜ਼ਿਆਦਾ ਸੀਨੀਅਰਟੀ ਬਣਦੀ ਆ, ਉਹਨਾਂ ਵਾਸਤੇ ਤੇ ਇਹਨਾਂ ਨੇ ਰਾਹ ਹੀ ਬੰਦ ਕਰ ਦਿੱਤੇ ਵੀ ਜਿਹੜੇ ਪੁਲਿਸ ਜਿਹੜਾ ਸਿਪਾਹੀ ਭਰਤੀ ਹੋਇਆ ਉਹ ਨਹੀਂ DSP ਬਣ ਸਕਦਾ, ਤੇ ਰਾਹ ਪੱਕੇ ਬੰਦ ਕਰ ਦਿੱਤੇ ਇਹਨਾਂ ਨੇ, ਕਿਉਂਕਿ ਇਹਨਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਜੁਗਾੜਮੇਟਾਂ ਲਾਉਣੀਆਂ ਹੁੰਦੀਆਂ ਨੇ ਨਾ MLAs ਦੇ ਬੱਚਿਆਂ ਦੀਆਂ, ਧੀਆਂ ਪੁੱਤਾਂ ਦੀਆਂ, ਜਾਂ ਜਿਹੜੇ ਇਹਨਾਂ ਦੇ ਕੰਮ ਕਰਨ ਵਾਲੇ ਨੇ। ਕਿਉਂ ਮਿੰਟੂ ਜੀ? ਨਹੀਂ ਦੇਖੋ ਗੱਲ ਫਾਇਦੀ ਨਹੀਂ, ਗੱਲ ਫਾਇਦੀ ਨਹੀਂ। ਅਸੀਂ ਕਹਿੰਦੇ ਜੌਬ ਦਿਓ, ਜਿਹੜਾ ਕੋਈ ਕਾਬਲ ਬੱਚਾ ਚਾਹੇ ਉਹ ਲੀਡਰ ਦਾ ਚਾਹੇ ਭਿਖਾਰੀ ਦਾ, ਉਹਨੂੰ ਜੌਬ ਮਿਲ ਜਾਵੇ, ਕੋਈ ਦਿੱਕਤ ਨਹੀਂ ਹੈ। ਸਰਵਿਸ ਦੇ ਵਿੱਚ ਆਵੇ ਕੋਈ ਵੀ ਆਵੇ, ਕੋਈ ਦਿੱਕਤ ਪਰੇਸ਼ਾਨੀ ਨਹੀਂ। ਸਾਨੂੰ ਦਿੱਕਤ ਕੀ ਹੈ ਕਿ ਜਿਸ ਗਰਾਊਂਡ ਤੇ ਦਿੱਤੀ ਜਾ ਰਹੀ ਹੈ, ਸਿੱਧੇ ਭਰਤੀ ਕੀਤੇ ਜਾ ਰਹੇ ਨੇ, ਉਹ ਸਿੱਧੇ ਭਰਤੀ ਕੀਤੇ ਜਾ ਰਹੇ, ਕੋਈ ਉਹਨਾਂ ਦਾ ਫਿਟਨੈਸ ਟੈਸਟ ਨਹੀਂ ਹੋਏਗਾ, ਕੋਈ ਵਿਅਕਤੀ ਟੈਸਟ, ਸਭ ਖਾਨਾ ਪੂਰਤੀ ਹੈ। ਅੱਛਾ ਹੁਣ ਇਹਦੇ ਚ ਕੀ ਹੈ ਕਿ ਜਿਹੜਾ ਗਰਾਊਂਡ ਬਣਾਇਆ ਜਾ ਰਿਹਾ ਕੀ ਕਾਇਦੇ ਦੇ ਮੁਤਾਬਕ ਠੀਕ ਹੈ? ਸਾਡਾ ਸਵਾਲ ਇਹ ਆ। ਬਿਲਕੁਲ ਮੈਂ ਤੁਹਾਨੂੰ ਉਹਨਾਂ ਦੀ ਪ੍ਰਾਪਰਟੀ ਇਹ ਇਸ ਕਰਕੇ ਨਹੀਂ ਦੱਸ ਰਿਹਾ ਕਿ ਮਨੋਰੰਜਨ ਹੈ ਇਹ, ਮੈਂ ਦੱਸ ਰਿਹਾ ਕਿ ਉਹ
ਬੰਦੇ ਕੀ ਤਰਸ ਦੇ ਆਧਾਰ ਤੇ ਨੌਕਰੀ ਲੈਣ ਲਈ ਕਾਬਲ ਹਨ ਜਾਂ ਨਹੀਂ ਜੀ ਨੌਕਰੀ ਕਿਉਂਕਿ ਇਹਦੇ ਕੁਝ ਕਹਿ ਲਓ ਕਿ ਕਾਇਦੇ ਹੁੰਦੇ ਆ ਤਰਸ ਦੇ ਆਧਾਰ ਤੇ ਨੌਕਰੀ ਵਾਲੇ ਕਾਇਦੇ ਹੁੰਦੇ ਆ ਕੱਲ ਹੀ ਮੈਨੂੰ ਇੱਕ ਦੋਸਤ ਦੱਸ ਰਿਹਾ ਸੀ ਮੇਰਾ ਮਿੱਤਰ ਦੱਸ ਰਿਹਾ ਸੀਗਾ ਸਾਡੇ ਨਾ ਪਿੰਡ ਦੇ ਪੋਸਟ ਆਫਿਸ ਦੇ ਹੁੰਦੇ ਸੀਗੇ ਮੇਰੇ ਬਹੁਤ ਅਜ਼ੀਜ਼ ਸੀ ਅਸੀਂ ਉਹਨਾਂ ਦੇ ਹੱਥਾਂ 'ਚ ਮਤਲਬ ਕਿ ਖੇਡੇ ਸੀਗੇ ਸਾਡੇ ਪਿੰਡ ਆ ਕੇ ਰਹਿਣ ਲੱਗੇ ਸੀ ਮਾਨਸਾ ਜ਼ਿਲ੍ਹੇ 'ਚੋਂ ਤੇ ਫਿਰ ਚਲੋ ਪੋਸਟ ਆਫਿਸ ਦੇ ਵਿੱਚ ਜੋਬ ਮਿਲੀ ਤੇ ਕਰੋਨਾ ਕਾਲ ਦੇ ਵਿੱਚ ਪੋਸਟ ਆਫਿਸ ਨੇ ਸਾਨੂੰ ਬਹੁਤ ਇਮਦਾਦ ਦਿੱਤੀ ਮਤਲਬ ਕਿ ਕੋਈ ਪੈਸਾ ਧੇਲਾ ਤੇ ਨਾ ਵੀ ਹੁੰਦਾ ਸੀ ਸਾਡੇ ਅਕਾਊਂਟ 'ਚ ਤੇ ਤਦ ਵੀ ਮਤਲਬ ਕਿ ਨਾ ਉਹ ਆਪ ਹੀ ਦੇ ਦਿੰਦੇ ਸੀ ਤੇ ਮੇਰੀ ਵਾਈਫ ਨੇ ਥੋੜਾ ਜਿਹਾ ਛੋਟਾ ਜਿਹਾ ਇੱਕ ਖਾਤਾ ਖੁਲਾ ਰੱਖਿਆ ਸੀ ਉਹਦੇ 'ਚ ਤੇ ਉਹ ਚਲੋ ਕਰ ਮਿਲੀ ਤੇ ਮੈਂ ਉਹਨੂੰ ਪੁੱਛਿਆ ਕਿ ਉਹ ਤਾਂ ਚੱਲ ਬੱਚੇ ਆ ਮਤਲਬ ਕਿ ਜਵਾਨ ਹੀ ਸੀ ਹਾਲੇ 50 ਸਾਲ ਉਮਰ ਹੋਣੀ ਆ ਤੇ ਚਲੋ ਬਈ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਜੋਬ ਜਾਬ ਮਿਲੀ ਆ ਤੇ ਉਹ ਮੈਨੂੰ ਮੇਰਾ ਮਿੱਤਰ ਦੱਸ ਰਿਹਾ ਸੀਗਾ ਜਿਹੜਾ ਉਹ ਉਹਨਾਂ ਦੇ ਘਰ ਜਾਂਦਾ ਹੁੰਦਾ ਉਹ ਕਹਿੰਦਾ ਕਿ ਹਾਂ 9 ਵਾਸਤੇ ਉਹਨਾਂ ਨੇ ਅਪਲਾਈ ਕਰਨ ਦਾ ਯਤਨ ਕੀਤਾ ਸੀਗਾ ਕਿ ਜੋਬ ਮਿਲ ਜਾਵੇ ਪਰ ਉਹ ਕੀ ਕਹਿ ਰਹੇ ਨੇ ਉਹ ਕਹਿ ਰਿਹਾ ਕਿ ਨਹੀਂ ਅਸੀਂ ਨਹੀਂ ਸਿੱਧਾ ਇਦਾਂ ਨਹੀਂ ਦੇ ਸਕਦੇ ਬਈ ਤਰਸ ਦੇ ਆਧਾਰ ਤੇ ਤੁਹਾਡੇ ਟੱਬਰ ਨੂੰ ਕਿਉਂਕਿ ਸਾਡੇ ਪਿੰਡੋਂ ਖਾਲੀ ਹੋ ਗਈ ਨਾ ਵੈਕੈਂਸੀ ਤਾਂ ਆਮ ਤੌਰ ਤੇ ਹੁੰਦਾ ਕਿ ਹਾਂ ਠੀਕ ਹੈ ਭਾਈ ਚਲੋ ਉਸ ਪਰਿਵਾਰ ਨੂੰ ਪਹਿਲ ਦੇ ਦਿਓ ਕੋਈ ਡਾਕ ਹੀ ਵੰਡਣੀ ਆ ਕੋਈ ਵੱਡੀ ਗੱਲ ਨਹੀਂ ਹੈ ਕਿ ਕੋਈ ਬਹੁਤ ਹਜ਼ਾਰਾਂ ਵਾਲਾ ਕੰਮ ਹੁੰਦਾ ਸਿਰਫ ਤੇ ਸਿਰਫ ਇਹੀ ਹੁੰਦਾ ਕਿ ਜਿਹੜੇ ਪੂਰੀ ਆਉਂਦੀ ਹੈ ਕੋਈ ਜੋਬ ਤੇ ਚਲੋ ਉਹਨਾਂ ਨੂੰ ਪਹਿਲ ਦਿੱਤੀ ਜਾਵੇ ਤੇ ਉਹ ਕਹਿੰਦੇ ਕਿ ਉਹ ਗਏ ਸੀਗੇ ਵੀ ਚਲੋ ਅਸੀਂ ਜੋਬ ਕਰ ਲੈਂਦੇ ਜੇ ਕਿਉਂਕਿ ਉਹਨਾਂ ਦੀ ਪੜ੍ਹੀ ਲਿਖੀ ਸੀਗੀ ਕਾਫੀ ਕੁਆਲੀਫਿਕੇਸ਼ਨ ਉਹਦੀ ਵਧੀਆ ਸੀ ਤੇ ਉਹ ਕਹਿੰਦੇ ਕਿ ਨਹੀਂ ਅਸੀਂ ਨਹੀਂ ਇਸ ਤਰ੍ਹਾਂ ਦੇਵਾਂਗੇ ਤੁਸੀਂ ਏਦਾਂ ਕਰੋ ਕੋਰਟ 'ਚ ਮੁਕੱਦਮਾ ਕਰੋ ਕੋਰਟ 'ਚ ਮੁਕੱਦਮਾ ਕਰੋ ਮੁਕੱਦਮਾ ਲੜ ਲਓ ਤੁਹਾਡਾ ਮੁਕੱਦਮਾ 2 ਸਾਲ ਚੱਲੇ 4 ਸਾਲ ਚੱਲੇ ਉਸ ਤੋਂ ਬਾਅਦ ਜਦ ਆਰਡਰ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਜੋਬ ਦੇਵਾਂਗੇ ਉਹ ਫਿਰ ਗਾਂ ਪ੍ਰੋਸੈਸ ਦੇ ਵਿੱਚ ਪਾ ਦਾਂਗੇ ਮਤਲਬ ਕਿ ਇੱਕ ਪਾਸੇ ਤੇ ਇਹ ਹੈ ਕਿ ਜਿਨ੍ਹਾਂ ਨੇ ਸਰਵਿਸ ਨੂੰ ਇਹਨਾਂ ਸਾਲ ਦਿੱਤੇ ਆ ਜਿਨ੍ਹਾਂ ਨੇ ਡਾਕਾਂ ਮੰਡੀਆਂ ਟਿੱਬਿਆਂ ਦੇ ਵਿੱਚ ਸਾਡੇ ਪਿੰਡ ਟਿੱਬਿਆਂ ਦੇ ਵਿੱਚ ਸੀਗੇ ਨਾ ਸਾਈਕਲਾਂ ਤੇ ਤਾਂ ਹੁਣ ਚਲੋ ਸੜਕਾਂ ਬਣੀਆਂ ਤਾਂ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਰਵਿਸ ਨੂੰ ਦਿੱਤਾ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਕੋਰਟ 'ਚ ਜਾਓ ਜਾਂ ਜਿਵੇਂ ਜਿਹੜੇ ਹੋਰ ਉਸ ਟਾਈਮ ਦੇ ਉਸ ਦੌਰ ਦੇ ਅਸਮਾਨ ਲੈ ਲਓ 90ਵਾਂ ਕਿ ਜਿਹੜਾ ਪੀੜਤ ਹੈ ਉਹਨਾਂ ਨੂੰ ਤੁਸੀਂ ਕਿਹਾ ਕਿ ਕੋਰਟ ਦੇ ਥਰੂ ਆ ਜਾਓ ਉਹਨਾਂ ਨੇ ਕੋਰਟ ਕੇ ਝਗੜੇ ਵੀ ਹਾਲੇ ਵੀ ਕਈ ਪਰਿਵਾਰ ਹੈ ਜਿਹੜੇ ਨੌਕਰੀ ਤੋਂ ਵਾਂਝੇ ਆ ਬਿਲਕੁਲ ਤਾਂ ਤੁਹਾਨੂੰ ਇਹੀ ਦਿਸ ਗਏ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇੱਕ ਨਾ ਤਾਂ ਇਹ ਕਾਇਦੇ ਦੇ ਮੁਤਾਬਕ ਸਹੀ ਆ ਤੇ ਨਾ ਸਿਧਾਂਤਕ ਤੌਰ ਤੇ ਸਹੀ ਆ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕੰਪੀਟੀਸ਼ਨ ਤੋਂ ਬਗੈਰ ਕੋਈ ਭਰਤੀ ਬੰਦਾ ਹੋ ਜਾਂਦਾ ਇਹਦਾ ਮਤਲਬ ਹੈ ਕਿ 2 ਜੋਬਾਂ ਜਿਹੜੀਆਂ ਕਿਸੇ ਦੇ ਹੱਕ ਦੀਆਂ ਹੋ ਸਕਦੀਆਂ ਸੀ ਉਹ ਮਾਰੀਆਂ ਗਈਆਂ ਜੀ ਮਿੰਟੂ ਜੀ ਸਮਾਂ ਹੋ ਗਿਆ ਆਪਣਾ ਮਮਤਾ ਦੇ ਭਤੀਜੇ ਨੂੰ ਥੱਪੜ ਮਾਰਨ ਵਾਲਾ ਜਿਹੜਾ ਉਹ ਮਰਿਆ ਹੈ ਇਹ ਤੇ ਵਿਵਾਦ ਤਾਂ ਹੋਣਾ ਹੀ ਸੀ ਹਾਂਜੀ ਬਸ ਸੰਖੇਪ ਦੇ ਵਿੱਚ ਹੈ ਕਿ ਕੁਝ ਸਾਲ ਪਹਿਲਾਂ ਥੱਪੜ ਮਾਰਿਆ ਸੀ ਅਭਿਸ਼ੇਕ ਨੂੰ ਕਿਸੇ ਵਿਅਕਤੀ ਨੇ ਥੱਪੜ ਮਾਰਨ ਦੀ ਜਿਹੜੀ ਇਹ ਰੀਤ ਪਈ ਆ ਗਲਤ ਆ ਕਿਸੇ ਨੂੰ ਜੁੱਤਾ ਮਾਰਨਾ ਥੱਪੜ ਮਾਰਨਾ ਕੰਮ ਚੱਲਿਆ ਸਭ ਨੂੰ ਪਤਾ ਹੀ ਆ ਕਿੱਥੋਂ ਚੱਲਿਆ ਤੇ ਕਿਵੇਂ ਉਦੋਂ ਤੇ ਕੇਜਰੀਵਾਲ ਹੋਰਾਂ ਨੇ ਵੀ ਟਿਕਟ ਦੇ ਦਿੱਤੀ ਤੇ ਬਾਅਦ ਦੇ ਵਿੱਚ ਜਦੋਂ ਇਹਨਾਂ ਦੇ ਪੈਣ ਲੱਗੀਆਂ ਇਹਦੇ ਕੀ ਗਲਤ ਆ ਰੀਤ ਹੀ ਗਲਤ ਆ ਵਿਰੋਧ ਕਰਨ ਦੇ ਹੋਰ ਤਰੀਕੇ ਹੋਣੇ ਚਾਹੀਦੇ ਆ ਤਾਂ ਚਲੋ ਖੈਰ ਜਦੋਂ ਥੱਪੜ ਮਾਰਿਆ ਉਹਨੂੰ ਕੁੱਟਿਆ ਬਹੁਤ ਗਿਆ ਸੀਗਾ ਉਹ ਨੌਜਵਾਨ ਸੀਗਾ ਵੈਸੇ ਘਰ ਦੇ ਦੱਸਦੇ ਆ ਕਿ ਉਹ ਥੋੜਾ ਅਪਸੈਟ ਰਹਿੰਦਾ ਸੀਗਾ ਉਸ ਤੋਂ ਬਾਅਦ ਬਹੁਤ ਕੁੱਟਿਆ ਮਾਰਿਆ ਗਿਆ ਸੀ ਪਰ ਬਚ ਗਿਆ ਸੀਗਾ ਕੇਸ ਚੱਲਿਆ ਚਲੋ ਉਹ ਵੀ ਚੱਲ ਗਿਆ ਹੁਣ ਉਸ ਤੋਂ ਬਾਅਦ ਕਈ ਸਾਲ ਬਾਅਦ 4-5 ਸਾਲ ਬਾਅਦ ਉਹ ਆਪਣੇ ਦੋਸਤਾਂ ਨਾਲ ਨਿਕਲਿਆ ਤੇ ਫਿਰ ਕਹਿੰਦੇ ਕਿ ਫੋਨ ਕਾਲ ਆਉਂਦਾ ਤਾਂ ਫੋਨ ਕਾਲ ਸੁਣ ਕੇ ਉਹ ਕਹਿੰਦਾ ਕਿ ਮੈਂ ਆ ਗਿਆ ਤੇ ਉਸ ਤੋਂ ਬਾਅਦ ਉਹ ਜ਼ਖਮੀ ਹਾਲਤ 'ਚ ਮਿਲਦਾ ਤੇ ਬਹੁਤ ਜ਼ਿਆਦਾ ਸੀਰੀਅਸਲੀ ਕਹਿ ਲਓ ਕਿ ਇੰਜਰਡ ਸੀਗਾ ਤੇ ਉਹਨੂੰ ਕੁਝ ਅਣਪਛਾਤੇ ਬੰਦੇ ਹਸਪਤਾਲ 'ਚ ਸੁੱਟ ਕੇ ਨਿਕਲ ਜਾਂਦੇ ਆ ਸੋ ਇਸ ਕਰਕੇ ਜਿਹੜੇ ਹੈਗੇ ਆ ਭਾਜਪਾ ਵਾਲੇ ਦੋਸ਼ ਲਾ ਰਹੇ ਆ ਕਿ ਇਹ ਕਾਰਾ ਜਿਹੜਾ ਟੀਐਮਸੀ ਦੇ ਵਰਕਰਾਂ ਨੇ ਕੀਤਾ ਹੋ ਸਕਦਾ ਦੋਸ਼ ਕਹਾਣੀ ਨਹੀਂ ਬਣਾਈ ਜਾ ਸਕਦੀ ਕਹਾਣੀ ਪਾਈ ਨਹੀਂ ਹੋ ਸਕਦੀ ਕਹਾਣੀ ਦਾ ਟਵਿਸਟ ਦੂਜਾ ਵੀ ਹੋ ਸਕਦਾ ਕਿ ਹੁਣ ਉਹ ਤਾਂ ਚਲੋ ਉਹ ਤਾਂ ਹੁਣ ਇਨਵੈਸਟੀਗੇਸ਼ਨ ਦਾ ਮੈਟਰ ਆ ਬਹੁਤ ਵੱਡਾ ਜਦੋਂ ਇਸ ਤਰ੍ਹਾਂ ਹੁਣ ਸ਼ੱਕੀ ਹਾਲਤ ਵਿੱਚ ਮੌਤ ਤਾਂ ਸ਼ੱਕੀ ਹਾਲਤ 'ਚ ਹੋ ਗਿਆ ਨਾ ਫੋਨ ਕਾਲ ਕਰਨ ਵਾਲਾ ਕੌਣ ਸੀ ਆ ਜਾ ਕੇ ਕੀ ਹੋਇਆ ਜੀ ਇਹ ਹਾਲਾਤ ਤਾਂ ਸ਼ੱਕੀ ਨੇ ਨਾ ਜੀ ਬਿਲਕੁਲ ਉਹ ਕਿਵੇਂ ਹੋਇਆ ਉਹਦੀ ਆਪਾਂ ਕੋਈ ਗੱਲ ਨਹੀਂ ਕਰ ਸਕਦੇ ਇੱਕ ਮੇਰੇ ਨਾਲ ਕਾਲਰ ਫਲੈਸ਼ ਕਰ ਰਹੀ ਹੈ ਕਾਫੀ ਚਿਰ ਦੀ ਆਪਾਂ ਨਾਰਾਜ਼ ਨਹੀਂ ਕਰਦੇ ਲੈ ਲੈਂਦੇ ਆ ਤੇ ਕੁਇਕਲੀ ਦੇਖਦੇ ਆ ਕੀ ਕਹਿਣਾ ਚਾਹੁੰਦੇ ਵੈਲਕਮ ਜੀ ਆਇਆਂ ਨੂੰ ਚੌਲਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਮੇਰੇ ਵੀਰੇ ਗੱਲ ਇਹ ਆ ਵੀ ਇਹ ਜਿਹੜਾ ਜਿਹੜੀਆਂ ਨੌਕਰੀਆਂ ਦੇਣ ਦਵਾਉਣ ਦਾ ਮਾਮਲਾ ਜੀ ਇਹ ਤਾਂ ਸਾਰੇ ਇੱਕੋ ਅੱਡੇ ਦੇ ਨੇ ਆਪਣੇ ਮੋਦੀ ਸਾਹਿਬ ਨੇ 9 ਬੰਦੇ IAS ਭਰਤੀ ਕੀਤੇ ਜੀ ਚੱਕ ਕੇ ਕਾਰਪੋਰੇਸ਼ਨਾਂ ਦੇ ਵਿੱਚੋਂ ਬਿਨਾਂ ਆਪਣੇ ਮਰਜ਼ੀ ਦੇ ਨਾਲ ਜਿਹੜੇ ਚੱਕਰ ਇਹਨਾਂ ਨੇ ਤੇ UPSC ਦੇ ਤੇ ਟੈਸਟ ਹੀ ਲੈਣੇ ਬੰਦ ਕਰ ਦਿੱਤੇ ਜੀ ਏਦਾਂ ਹੀ ਇਹਨਾਂ ਨੇ ਥੱਲੇ ਵਾਲੇ ਟੈਸਟ ਸਾਰੇ ਬੰਦ ਕੀਤੇ ਆ ਤੇ ਆਪਣਿਆਂ ਨੂੰ ਭਰਤੀ ਕਰੀ ਜਾਂਦੇ ਗਰੀਬ ਲੋਕਾਂ ਨੂੰ ਕਿੰਨੇ ਪੁੱਛਣਾ ਜੀ ਨਹੀਂ ਸਰ ਉਹ ਲੈਟਰਲ ਐਂਟਰੀ ਆ ਉਹ ਪਹਿਲਾਂ ਵੀ ਹੁੰਦੀ ਹੋਈ ਆ ਇਹਨਾਂ ਨੇ ਜ਼ਿਆਦਾ ਖੋਲਤੀ ਆ
ਇਹ ਨਹੀਂ ਹੈ ਕਿ ਆਈਐਸ ਬੰਦ ਹੋ ਜਾਏਗਾ। ਲੈਟਰਲ ਐਂਟਰੀ ਹੈ ਤੇ ਮਨਮੋਹਨ ਸਿੰਘ ਹੁਰੀ ਵੀ ਲੈਟਰਲ ਐਂਟਰੀ ਦੇ ਤਹਿਤ ਹੀ ਆਏ ਸੀਗੇ। ਸੋ ਲੈਟਰਲ ਐਂਟਰੀ ਪਹਿਲਾਂ ਵੀ ਹੈਗੀ ਆ, ਪਰੰਤੂ ਇਹਨਾਂ ਨੇ ਜ਼ਿਆਦਾ ਚੱਕਤਾ ਕੰਮ ਕਿ ਸਿੱਧਾ ਕਾਰਪੋਰੇਟ ਵਾਸਤੇ ਇੱਕ ਦਰਵਾਜ਼ਾ ਖੋਲ ਦਿੱਤਾ। ਜਿੱਥੇ ਅੱਗੇ ਇੱਕ ਨਿੱਕੀ ਜਿਹੀ ਬਾਰੀ ਸੀਗੀ, ਹੁਣ ਉਹਨੂੰ ਖੋਲ ਕੇ ਬਹੁਤ ਵੱਡਾ ਕਰ ਦਿੱਤਾ। ਆ ਡਿਫਰੈਂਸ ਹੈ, ਲੈਟਰਲ ਐਂਟਰੀ ਅੱਗੇ ਵੀ ਸੀ। ਮਿਹਰਬਾਨੀ, ਥੈਂਕ ਯੂ ਮਿੰਟੂ ਜੀ, ਸੋ ਨਾਈਸ ਸਾਹਿਬ ਜੀ, ਥੈਂਕ ਯੂ। ਸੋਮਵਾਰ ਨੂੰ ਮਿਲਦੇ ਹਾਂ, ਰੱਬ ਰਾਖਾ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।